ਸਿਮਰੋ ਅੰਗਦ ਦੁਖ ਨਿਕੰਦਨ। ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਉ। ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸਕ। ਸ਼੍ਰੀ ਹਰਿ ਗੋਬਿੰਦ ਸੁਮਤ ਪਰਗਾਸਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਮੰਦੋ ਬਾਰ ਬਾਰ ਜਗਦੀਸਾ। ਏਕ ਓੰਕਾਰਾ ਸਤਿਗੁਰੂ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਨਾਸ਼ਨ ਸੋਏ। ਦੋਹਰਾ ਕੋਰੇ ਤੋਰਨ ਤੋਰ ਕਰ ਬਸੀ ਬਸੀ ਜਿਸ ਥਾਏ। बसी है पास पठान को तीनों ब्रिप बताए। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ ਪਿਛਲੇ ਦਿਨੀ ਕਿ ਜਿਸ ਵੇਲੇ ਇੱਕ ਬ੍ਰਾਹਮਣ ਨੇ ਆ ਕੇ ਸਤਿਗੁਰਾਂ ਦੇ ਕੋਲ ਬੇਨਤੀ ਕੀਤੀ ਕਿ ਰਸਤੇ ਵਿੱਚ ਕੁਝ ਪਠਾਨਾਂ ਨੇ ਉਸ ਨੂੰ ਮਕਲਾਵੇ ਤੋਂ ਲਿਆਂਦੀ ਜਾ ਰਹੀ ਘਰਵਾਲੀ ਅਤੇ ਉਸ ਦਾ ਸਾਜੋ ਸਮਾਨ ਖੋਹ ਕੇ ਲਿਜਾਣਾ ਕੀਤਾ ਹੈ ਤੇ ਮੈਨੂੰ ਨਿਆਂ ਦਿਵਾਓ ਕਿਰਪਾ ਕਰਕੇ। ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਨੂੰ ਭੇਜਿਆ ਅਤੇ ਨਾਲ ਉਹਨਾਂ ਨੇ ਕੁਝ ਸਿੰਘ ਗਏ ਅਤੇ ਜਾ ਕਰਕੇ ਪਠਾਨਾਂ ਦੇ ਉਸ ਨਗਰ ਨੂੰ ਘੇਰਾ ਪਾ ਲਿਆ। ਬਾਕੀ ਪਠਾਨਾਂ ਨੂੰ ਕੁਝ ਨਹੀਂ ਕਿਹਾ। ਜਿਸ ਪਠਾਨ ਦੇ ਘਰੋਂ ਬ੍ਰਾਹਮਣ ਦੀ ਇਸਤਰੀ ਸੀ ਘਰਵਾਲੀ ਸੀ, ਉਸ ਬੀਬੀ ਨੂੰ ਅਤੇ ਉਸ ਪਠਾਨ ਨੂੰ ਫੜ ਕਰਕੇ ਸਾਹਿਬਜ਼ਾਦਾ ਅਜੀਤ ਸਿੰਘ ਸਤਿਗੁਰਾਂ ਦੇ ਹਜ਼ੂਰ ਸਭਾ ਵਿੱਚ ਲੈ ਕੇ ਆਉਂਦੇ ਨੇ। ਅੱਗੇ ਪਾਤਸ਼ਾਹ ਜੀ ਕੀ ਬਖਸ਼ਿਸ਼ ਕਰਦੇ ਹਨ ਇਹ ਵਿਚਾਰਾਂ ਹੁਣ ਆਪਾਂ ਆਰੰਭ ਕਰਕੇ ਸਰਵਣ ਕਰਾਂਗੇ। ਉਸ ਤੋਂ ਪਹਿਲਾਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਕੋਰੇ ਤੂਰਨ ਤੂਰ ਕਰ ਬਸੀ ਬਸੀ ਜਿਸ ਥਾਏ। ਉਸੇ ਵੇਲੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਨਮਸਕਾਰ ਕੀਤੀ, ਫਤਿਹ ਬੁਲਾਈ ਅਤੇ ਘੋੜੇ ਤੇ ਸਵਾਰ ਹੋ ਗਏ ਜੀ। बसी है बास पठान को तीनों मृत बताए। ਨਗਰ ਦਾ ਨਾਮ ਹੈ ਹੁਸ਼ਿਆਰਪੁਰ ਦੇ ਇਲਾਕੇ ਵਿੱਚ ਬੱਸੀ ਪਠਾਨਾ। ਤਾਂ ਉਸ ਬੱਸੀ ਨਗਰ ਦੇ ਵਿੱਚ ਪਹੁੰਚ ਗਏ ਜਿੱਥੇ ਉਹ ਬ੍ਰਾਹਮਣ ਦੱਸਦਾ ਜਾ ਰਿਹਾ ਹੈ ਜੀ। ਤੁਰਕ ਸੁਪਤ ਜੈ ਸਹਿਜ ਸੁਪਾਹੀ ਜਾਇ ਅਚਾਨਕ ਘੋਰੇ ਪਾਏ। ਔਰ ਚਾਨ ਚੱਕ ਰਾਤ ਨੂੰ ਜਾ ਕੇ ਨਗਰ ਨੂੰ ਘੇਰਾ ਪਾ ਲਿਆ। ਸਗਦ ਗ੍ਰਾਮ ਕੀ ਜੀਤਕ ਖਾਨ ਦੇਖ ਸੈਨ ਕੋ ਭਏ ਹੈਰਾਨ। ਅਜਾਨ ਚੱਕ ਕਿਉਂਕਿ ਸਾਹਿਬਜ਼ਾਦਾ ਅਜੀਤ ਸਿੰਘ ਜੀ ਨਾਲ ਕੁਝ ਸਿੰਘ ਗਏ ਸਨ, ਕੁਝ ਰਸਤੇ ਵਿੱਚੋਂ ਵੀ ਨਗਰਾਂ ਦੇ ਲੋਕਾਂ ਨੂੰ ਨਾਲ ਤੋਰ ਲਿਆ। ਵੱਡਾ ਇਕੱਠ ਜਿਹਾ ਬਣ ਗਿਆ ਤੇ ਬੱਸੀ ਪਠਾਨਾਂ ਦੇ ਲੋਕ ਦੇਖ ਕੇ ਹੈਰਾਨ ਹੋ ਗਏ ਵੀ ਇਹ ਸੈਨਾ ਕਿੱਧਰੋਂ ਚੜ੍ਹ ਕੇ ਆ ਗਈ ਜੀ। ਕੀਤਕ ਦੁਰੇ ਕੋ ਪੁੱਛਣ ਲਾਗੇ ਕੀਤਕ ਦਾਵ ਪਾਈ ਕਰ ਭਾਗੇ। ਕਈ ਡਰਦੇ ਭੱਜ ਗਏ, ਕਈ ਖੜ ਕੇ ਪੁੱਛਦੇ ਹਨ
ਤੇ ਕਈ ਡਰਦੇ ਲੁਕਣ ਲੱਗੇ। चित कहो ना दोष हमारो, दोखी तजो कह के मारो। ਕਈ ਡਰਦੇ ਆਪ ਹੀ ਕਹਿ ਜਾਂਦੇ ਆ ਕਿ ਸਾਥੋਂ ਕੋਈ ਗਲਤੀ ਨਹੀਂ ਹੋਈ, ਅਸੀਂ ਤਾਂ ਕਿਸੇ ਨੂੰ ਕੁਛ ਨਹੀਂ ਕਿਹਾ। ਕੀ ਗੱਲ ਹੋ ਗਈ, ਤੁਸੀਂ ਸਾਡੇ ਨਗਰ ਤੇ ਹਮਲਾ ਕਿਉਂ ਕੀਤਾ ਹੈ? ਜਿਹੜਾ ਤੁਹਾਡਾ ਦੋਸ਼ੀ ਹੈ ਉਸ ਨੂੰ ਫੜਨਾ ਕਰੋ ਜੀ। सुना की शस्त्र उठाओ, कहो पठान सो बंद चलायो। ਇਸ ਤਰ੍ਹਾਂ ਕਿਸੇ ਵੀ ਨਗਰ ਨਿਵਾਸੀ ਨੇ ਅੱਗੋਂ ਹਮਲਾ ਨਹੀਂ ਕੀਤਾ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਉਸ ਬ੍ਰਾਹਮਣ ਦੇ ਰਾਹੀਂ ਨਗਰ ਦੇ ਵਿੱਚੋਂ ਉਸ ਪਠਾਨ ਨੂੰ ਲੱਭਿਆ। ਉਹ ਲੱਭ ਕਰਕੇ ਮੁਸ਼ਕਾਂ ਦਿੱਤੀਆਂ ਤੇ ਨਾਲ ਤੋਰ ਲਿਆ ਹੈ ਜੀ। जिनी को एक तुरंग चढ़ायो, एक कुरीत फल सबन सुनायो। ਔਰ ਇਹ ਉਸ ਦੀ ਕੁਰੀਤੀ ਮਾੜੀ ਰੀਤੀ ਭਾਵ ਜੋ ਮਾੜੀ ਗੱਲ ਕੀਤੀ ਉਸ ਨੇ ਕਿਸੇ ਦੀ ਇਸਤਰੀ ਰਸਤੇ ਵਿੱਚੋਂ ਖੋਹੀ ਹਮਲਾ ਕਰਕੇ ਪਿੰਡ ਵਾਲਿਆਂ ਨੂੰ ਦੱਸ ਦਿੱਤਾ ਕਿ ਇਹ ਬ੍ਰਾਹਮਣ ਦੀ ਘਰਵਾਲੀ ਤੁਹਾਡੇ ਪਿੰਡ ਦਾ ਆ ਬੰਦਾ ਖੋਹ ਕੇ ਲਿਆਇਆ, ਇਸ ਕਰਕੇ ਅਸੀਂ ਆਏ ਹਾਂ। वह दोनों को अपना चीरा, शीघ्र करत गमने तिस बीरा। ਬਸ ਇਹਨਾਂ ਦੋਨਾਂ ਨੂੰ ਲੈ ਕਰਕੇ ਉਸ ਪਠਾਨ ਦੀਆਂ ਮੁਸ਼ਕਾਂ ਮਾਰੀਆਂ ਤੇ ਬੀਬੀ ਨੂੰ ਬ੍ਰਾਹਮਣ ਦੇ ਨਾਲ ਘੋੜੇ ਤੇ ਬਿਠਾ ਕੇ ਵਾਪਸ ਚੱਲ ਪਏ ਜੀ। जिस मग गए तिसी मग आए, कितक चढ़े दिन पुर निराए। ਇਸ ਤਰ੍ਹਾਂ ਜਿਹੜੇ ਰਸਤੇ ਗਏ ਸੀ ਚਲੋ ਚਾਲ ਉਸੇ ਰਸਤੇ ਵਾਪਸ ਆ ਗਏ। ਰਾਤੇ ਰਾਤ ਦਿਨ ਚੜ੍ਹਦੇ ਨੂੰ ਅਨੰਦਪੁਰ ਸਾਹਿਬ ਪਹੁੰਚ ਗਏ ਜੀ। सतगुर सभा माही जब आए, तबले दोनों पहुंचत भए। ਤੇ ਜਦੋਂ ਇੱਧਰ ਸਤਿਗੁਰੂ ਪਾਤਸ਼ਾਹ ਜੀ ਦੀਵਾਨਾਂ ਵਿੱਚ ਆ ਕੇ ਬਿਰਾਜਮਾਨ ਹੋਏ ਤੇ ਸਿੰਘਾਂ ਨੇ ਇਹਨਾਂ ਦੋਨਾਂ ਨੂੰ ਸਤਿਗੁਰਾਂ ਦੇ ਹਜ਼ੂਰ ਲੈ ਆਂਦਾ ਹੈ। ਵਾਹਿਗੁਰੂ ਜੀ ਕੀ ਕਹਿ ਫਤਿਹ, ਸਭ ਕੋ ਪਿਓ ਹਰ ਕੁਰਤੇ। ਔਰ ਆ ਉਹਨਾਂ ਸਿੰਘਾਂ ਨੇ ਗੁਰੂ ਜੀ ਨੂੰ ਫਤਿਹ ਬੁਲਾਈ ਹੈ, ਜਕਾਰਾ ਛੱਡਿਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। दोनों को गुर निकट बिठाए, आप उतर कर श्रम बिसराए। ਔਰ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਉਸ ਬੀਬੀ ਨੂੰ ਵੀ ਬਿਠਾ ਗਏ, ਬ੍ਰਾਹਮਣ ਨੂੰ ਵੀ ਬਿਠਾ ਗਏ ਔਰ ਪਠਾਨ ਨੂੰ ਵੀ ਛੱਡ ਗਏ ਤੇ ਸਿੰਘ ਆਰਾਮ ਕਰਨ ਲੱਗੇ ਜੀ। तिज की दारा तिज को दही, आशिक बात कहो सुखमयी। ਔਰ ਸਤਿਗੁਰਾਂ ਨੇ ਬ੍ਰਾਹਮਣ ਨੂੰ ਉਹਦੀ ਘਰਵਾਲੀ ਨੂੰ ਅਸੀਸ ਦੇ ਕੇ ਤੋਰ ਦਿੱਤਾ ਹੈ। तुर्क पठान अर्ज गढ़वायो, तीर सो तिसको मरवायो। ਔਰ ਪਠਾਨ ਨੂੰ ਧਰਤੀ ਵਿੱਚ ਗੱਡ ਕੇ ਸਜ਼ਾ ਦਿੱਤੀ ਗਈ ਹੈ, ਕਹਿੰਦੇ ਤੀਰਾਂ ਦੇ ਨਾਲ। इस चरित्र को सुन जग सारा, श्री सतगुरु जस महद उचारा। ਇਹਦਾ ਮਤਲਬ ਕੀ ਹੈ ਕਿ ਸਤਿਗੁਰੂ ਦਇਆ ਨਹੀਂ ਕਰਦੇ, ਦਇਆ ਤਾਂ ਕਰਦੇ ਹੈ ਪਰ ਨਾ ਕੁਝ ਇਹੋ ਜਿਹਾ ਕੁਝ ਕਰਨਾ ਪੈਂਦਾ ਤਾਂ ਕਿ ਗਾਹਾਂ ਨੂੰ ਲੋਕ ਕੰਟਰੋਲ 'ਚ ਰਹਿਣ, ਇਸ ਤਰ੍ਹਾਂ ਕਿਸੇ ਦੇ ਉੱਤੇ ਹਮਲਾ ਨਾ ਕਰਨ। ਆ ਜਿਹੜੇ ਸਾਡੇ ਭਾਰਤ ਵਿੱਚ ਗੁਰੂ ਪਿਆਰਿਓ ਬੀਬੀਆਂ ਦੀ ਬੱਚੀਆਂ ਦੀ ਛੋਟੀਆਂ ਛੋਟੀਆਂ ਬੱਚੀਆਂ ਦੀ ਬੇਅਦਬੀ ਹੋ ਜਾਂਦੀ ਹੈ, ਜੇ ਉਹਨਾਂ ਬਲਾਤਕਾਰੀਆਂ ਨੂੰ ਉਹਨਾਂ ਬੇਅਦਬੀ ਕਰਨ ਵਾਲਿਆਂ ਨੂੰ ਚੌਂਡੇ ਵਿੱਚ ਖੜ੍ਹ ਕੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ, ਚੌਂਡੇ ਵਿੱਚ ਖੜਾ ਕੇ ਉਹਨਾਂ ਨੂੰ ਕਿਤੇ ਫਾਂਸੀ ਦਿੱਤੀ ਜਾਵੇ ਦੋਵਾਂ ਚਾਰਾਂ ਨੂੰ, ਤੇ ਗਾਹਾਂ ਨੂੰ ਡਰਦੇ ਦੂਜੇ ਆਪੇ ਕੰਬਣ ਲੱਗ ਜਾਣ ਔਰ ਇਹੋ ਜਿਹਾ ਕਾਰਜ ਨਾ ਕਰਨ। ਪਰ ਉਹਨਾਂ ਨੂੰ ਸਜ਼ਾ ਨਹੀਂ ਮਿਲਦੀ, ਕੇਸ ਪਾ ਦਿੰਦੇ ਆ, ਤੁਰੇ ਜਾਂਦੇ ਆ, ਬਸ ਤੁਰੇ ਫਿਰਦੇ ਆ। ਇਸ ਕਰਕੇ ਗੁਰੂ ਪਿਆਰਿਓ ਇਹਨਾਂ ਦੇ ਉੱਤੇ ਨਕੇਲ ਨਹੀਂ ਕਸੀ ਜਾਂਦੀ। ਪਾਤਸ਼ਾਹ ਜੀ ਨੇ ਅਗਾਹਾਂ ਤੋਂ ਕੋਈ ਐਸਾ ਕੰਮ ਨਾ ਕਰੇ ਤੇ ਉਸ ਪਠਾਨ ਨੂੰ ਸਭ ਦੇ ਸਾਹਮਣੇ ਸਜ਼ਾ ਦੇ ਕੇ ਮਾਰ ਦਿੱਤਾ ਹੈ ਜੀ। जखा चांदनी निर्मल होता, तिन कर कर में सुजस अदूत। ਸਤਿਗੁਰਾਂ ਦੇ ਇਸ ਕੌਤਕ ਦੀ ਗੱਲ ਘਰ ਘਰ ਇਉਂ ਫੈਲ ਗਈ ਜਿਵੇਂ ਚੰਦਰਮਾ ਦੀ ਚਾਨਣੀ ਫੈਲਦੀ ਹੈ। मनो मालती फूलत झूली, राय बीन कै सुंदर फूली। ਇਸ ਤਰ੍ਹਾਂ ਗੁਰੂ ਪਿਆਰਿਓ ਜਿਵੇਂ ਫੁੱਲਾਂ ਦੀ ਖੁਸ਼ਬੂ ਖਿੰਡ ਜਾਂਦੀ ਹੈ, ਇਦਾਂ जैके कीरत वर्णन करते, धन धन प्रभ धन उचरते। ਔਰ ਥਾਂ ਥਾਂ ਤੇ ਗੁਰੂ ਜੀ ਦੀਆਂ ਗੱਲਾਂ ਹੋ ਰਹੀਆਂ ਕਿ ਕਿਸ ਤਰ੍ਹਾਂ ਫਲਾਣੇ ਪਠਾਨ ਨੇ ਐਦਾਂ ਕੀਤਾ ਸੀ ਤੇ ਪਾਤਸ਼ਾਹ ਜੀ ਨੇ ਆਪਣੇ ਸਾਹਿਬਜ਼ਾਦੇ ਨੂੰ ਭੇਜ ਕਰਕੇ ਉਸ ਦੀ ਇਸਤਰੀ ਵਾਪਸ ਮੰਗਵਾਈ ਬ੍ਰਾਹਮਣ ਦੀ ਅਤੇ ਪਠਾਨ ਨੂੰ ਸਜ਼ਾ ਦਿੱਤੀ। ਇਹ ਗੱਲ ਸਾਰੇ ਘੁੰਮ ਗਈ ਆ ਤੇ ਲੋਕ ਡਰਨ ਲੱਗੇ ਵੀ ਬਚ ਕੇ ਰਹੋ। ਤਾਂ ਗੁਰੂ ਸਾਹਿਬ ਤਾਂ ਫਿਰ ਜਦ ਐਦਾਂ ਕਰਦੇ ਆ ਤੇ ਬਹੁਤ ਭੈੜੀ ਕਰਦੇ ਆ। ਜਿਸ ਤਰ੍ਹਾਂ ਮਸੰਦਾਂ ਨੂੰ ਸਜ਼ਾਵਾਂ ਦਿੱਤੀਆਂ ਸੀ ਤੇਲ ਦੇ ਵਿੱਚ ਪਾ ਕੇ, ਤਪਦੇ ਤੇਲ ਵਿੱਚ, ਤਾਂ ਕਿ ਹੋਰ ਕੋਈ ਗੁਰੂ ਘਰ ਦਾ ਜਿਹੜਾ ਵਜ਼ੀਰ ਹੈ, ਮੰਤਰੀ ਹੈ, ਮਸੰਦ ਹੈ, ਸੇਵਾਦਾਰ ਹੈ, ਉਹ ਐਸੀ ਗਲਤੀ ਨਾ ਕਰੇ ਸੰਗਤਾਂ ਨੂੰ ਜਾ ਕੇ
ਧੱਕੇ ਦੇ ਨਾਲ ਉਹਨਾਂ ਕੋਲੋਂ ਕੁਝ ਮੰਗੇ ਨਾ, ਡਿਸਟਰਬ ਨਾ ਕਰੇ, ਸਿੱਖੀ ਦੇ ਵਿੱਚ ਪੂਰਾ ਉਤਰੇ, ਤਾਂ ਤੇ ਉਹਨਾਂ ਮਸੰਦਾਂ ਨੂੰ ਸਜ਼ਾਵਾਂ ਦੇਣ ਦਾ ਇਹੀ ਕਾਰਨ ਸੀ। ਇੱਕ ਦਿਨ ਸ੍ਰੀ ਗੁਰੂ ਚੜ੍ਹ ਵਿਚਾਇਓ, ਬਾਜੀ ਕੀ ਸੇਵਕ ਸੰਗ ਕਹਿਓ। ਅਗਲੀ ਕਥਾ ਚੱਲ ਪਈ ਹੈ ਇੱਥੋਂ। ਕਹਿੰਦੇ ਇੱਕ ਦਿਨ ਸਤਿਗੁਰਾਂ ਨੇ ਕਿਸੇ ਪਾਸੇ ਜਾਣ ਦੀ ਸਲਾਹ ਬਣਾਈ ਹੈ ਤੇ ਸੇਵਾਦਾਰ ਨੂੰ ਘੋੜੀ ਲਿਆਉਣ ਲਈ ਜਾਂ ਘੋੜਾ ਲਿਆਉਣ ਲਈ ਕਿਹਾ ਹੈ ਜੀ। ਜਾਟ ਕਪੂਰੇ ਤੁਰੰਗ ਪਠਾਇਓ, ਦਲ ਬਿਡਾਰ ਕੇ ਨਿਕਟ ਬੰਧਾਇਓ। ਔਰ ਜਾਟ ਕਪੂਰੇ ਨੇ ਸਤਿਗੁਰਾਂ ਦੇ ਕੋਲ ਇੱਕ ਘੋੜਾ ਭੇਜਿਆ ਸੀਗਾ, ਜਿਹੜਾ ਦਲ ਬਿਡਾਰ ਘੋੜੇ ਦੇ ਕੋਲ ਬੰਨਿਆ ਸੀ। ਇਸ਼ਟ ਕ੍ਰਿਤ ਕੋ ਰਾਤਬ ਕਰਿਓ, ਅਬਲੋ ਭਲੀ ਭਾਂਤ ਬ੍ਰਤ ਪਰਿਓ। ਔਰ ਉਸ ਨੂੰ ਬੜਾ ਹੀ ਪਾਲਣਾ ਪੋਸ਼ਣਾ ਕੀਤੀ, ਮਿੱਠਾ ਘਿਓ ਤੇ ਹੋਰ ਅਨੇਕਾਂ ਤਰ੍ਹਾਂ ਦੀ ਗੁਰੂ ਪਿਆਰਿਓ ਨਿਹਾਰੀ ਹੁੰਦੀ ਹੈ, ਜਿਵੇਂ ਛੋਲੇ ਹੁੰਦੇ ਆ, ਉਹਨਾਂ ਦੇ ਵਿੱਚ ਪੌਸ਼ਟਿਕ ਚੀਜ਼ਾਂ ਪਾ ਕੇ ਘੋੜਿਆਂ ਨੂੰ ਖਵਾਉਣੀਆਂ। ਇਸ ਤਰ੍ਹਾਂ ਅਨੇਕਾਂ ਤਰ੍ਹਾਂ ਦੀਆਂ ਖੁਰਾਕਾਂ ਦੇ ਕੇ ਇਸ ਘੋੜੇ ਨੂੰ ਪਾਲਣਾ ਪੋਸ਼ਣਾ ਕੀਤਾ ਹੈ। ਆਜ ਭਾਈ ਕਰ ਜੀਨ ਸ਼ਿੰਗਾਰੋ, ਭੂਕਰ ਕਰਨਾ ਹਮੇਲਾ ਡਾਰੋ। ਜਾਓ ਘੋੜਾ ਲੈ ਕੇ ਆ, ਜੱਟ ਕਪੂਰੇ ਵਾਲਾ ਦਲ ਬਿਡਾਰ ਜਿਹੜਾ ਹੈ ਉਸ ਨੂੰ ਲੈ ਕੇ ਆਓ। ਉਹਦੇ ਉੱਤੇ ਪੂਰਾ ਸ਼ਿੰਗਾਰ ਪਾ ਕੇ, ਘੋੜਿਆਂ ਦਾ ਵੀ ਸ਼ਿੰਗਾਰ ਹੁੰਦਾ ਹੈ, ਪੈਰਾਂ ਦੇ ਵਿੱਚ ਚਾਂਦੀ ਦੀਆਂ ਬਣਾਈਆਂ ਝਾਂਜਰਾਂ ਵੀ ਪੈ ਜਾਂਦੀਆਂ ਨੇ, ਔਰ ਗੁਰੂ ਪਿਆਰੋ ਗਲੇ ਦੇ ਵਿੱਚ ਵੀ ਉਹਨਾਂ ਦੇ ਸ਼ਿੰਗਾਰ ਹੁੰਦੇ ਨੇ। ਹਮੇਲਾਂ ਲਾਲ ਪੀਲੇ ਨੀਲੇ ਰੰਗ ਦੇ ਨਗ ਜੇ ਹੁੰਦੇ ਆ, ਮਣਕੇ ਜੇ, ਉਹਨਾਂ ਨੂੰ ਗੁੰਦ ਕੇ ਘੋੜਿਆਂ ਦੀ ਗਾਨੀ ਬਣਾਈ ਜਾਂਦੀ ਹੈ। ਇਹ ਚੀਜ਼ਾਂ ਪਾ ਕਰਕੇ ਲਿਆਉਣਾ ਕਰੋ ਜੀ। ਕੰਚਨ ਕੇ ਜੇਵਰ ਪਹਿਰਾਵੋ, ਭਲੇ ਤਿਆਰ ਕਰਕੇ ਲੈ ਆਵੋ। ਹਾਂ, ਜੋ ਵੀ ਘੋੜੇ ਦਾ ਸ਼ਿੰਗਾਰ ਹੈ, ਜੋ ਬਣਾਇਆ ਸੋਨੇ ਹੀਰੇ ਜਵਾਹਰਾਤਾਂ ਦਾ, ਜੋ ਸਪੈਸ਼ਲ ਸਤਿਗੁਰਾਂ ਦੇ ਘੋੜੇ ਤੇ ਹੀ ਪਾਇਆ ਜਾਂਦਾ ਹੈ, ਉਹ ਤੇ ਪਾ ਕੇ ਲਿਆਓ ਜੀ। ਹੁਕਮ ਮਾਨ ਸੇਵਕਿਆ ਪਿਆਰਾ, ਅਲੰਕਾਰ ਕੰਚਨ ਸ਼ਿੰਗਾਰਾ। ਸਿੱਖ ਨੇ ਉਸੇ ਵੇਲੇ ਵਚਨ ਮੰਨ ਕੇ ਸਾਰਾ ਸ਼ਿੰਗਾਰ ਅੰਦਰੋਂ ਕੱਢਿਆ, ਜੋ ਸੰਭਾਲ ਕੇ ਰੱਖਿਆ ਹੈ। ਔਰ ਕਲਗੀ ਧਰੀ ਸੀਸ ਪਰ ਖਰੀ, ਦੂਲਹਾ ਮੇਲ ਸਜਾਵਨ ਕਰੀ। ਘੋੜੇ ਦੇ ਸਿਰ ਦੇ ਉੱਤੇ ਵੀ ਇੱਕ ਫੁੱਲ ਜਿਹਾ ਲਾਇਆ ਜਾਂਦਾ, ਉਹਨੂੰ ਕਲਗੀ ਕਹਿੰਦੇ ਆ। ਔਰ ਇਸ ਤਰ੍ਹਾਂ ਘੋੜੇ ਦੇ ਸਿਰ ਉੱਤੇ ਵੀ ਉਹ ਫੁੱਲ ਜਿਹਾ ਕਲਗੀ ਉਹਨੂੰ ਕਹਿੰਦੇ ਲਾ ਦਿੱਤੀ ਗਈ ਹੈ। ਔਰ ਤਹਿਰੂ ਡਾਲ ਬਸਤ ਨੀਲਾਲਾ, ਜੇਬੋ ਮੋਲਾ ਹੋ ਤੋ ਦੁਸ਼ਾਲਾ। ਤਹਿਰੂ ਪਾ ਕੇ, ਤਹਿਰੂ ਉਸ ਦੇ ਗੁਰੂ ਪਿਆਰਿਓ ਜੋ ਕਮਰ ਕਸਾ ਹੁੰਦਾ ਹੈ, ਜਿਹਨੂੰ ਅਸੀਂ ਲੱਕ ਦੇ ਉੱਤੋਂ ਦੀ ਬੰਨ੍ਹਦੇ ਹਾਂ ਘੋੜੇ ਦੇ। ਔਰ ਇਸ ਤਰ੍ਹਾਂ ਉਹ ਸਾਰਾ ਕੁਝ ਪਾ ਕਰਕੇ, ਤਾਂ ਕਿ ਘੋੜਾ ਕੰਟਰੋਲ 'ਚ ਰਹੇ। ਤੀਰਾ ਜਿਹੜਾ ਹੈ ਉਹ ਗਲ ਦੇ ਵਿੱਚ ਪਾਇਆ ਜਾਂਦਾ ਹੈ, ਮੂੰਹ ਦੇ ਵਿੱਚ ਉਹਦੇ ਕੜਿਆਲਾ ਪਾਇਆ ਜਾਂਦਾ ਹੈ, ਕੜਿਆਲੇ ਦੇ ਨਾਲ ਉਸ ਦੇ ਗੁਰੂ ਪਿਆਰਿਓ ਲਗਾਮਾਂ ਪਾਈਆਂ ਜਾਂਦੀਆਂ, ਤਾਂ ਕਿ ਘੋੜੇ ਨੂੰ ਕੰਟਰੋਲ ਕੀਤਾ ਜਾ ਸਕੇ। ਇਸ ਤਰ੍ਹਾਂ ਉਸ ਦੇ ਕਾਠੀ ਕੱਸ ਦਿੱਤੀ ਹੈ, ਤਿਆਰੀ ਕੀਤੀ ਹੈ ਚੰਗੀ ਤਰ੍ਹਾਂ। ਤੰਗ ਰੇਸ਼ਮੀਆ ਚਨਕੀਨਾ, ਦੋਨੋਂ ਚਾਦਰ ਕਾਬਰ ਪੀਨਾ। ਘੋੜਿਆਂ ਦੇ ਥੱਲੇ ਜੋ ਪਟਾ ਬੰਨ੍ਹਿਆ ਜਾਂਦਾ ਪੇਟ ਉੱਤੋਂ ਦੀ, ਉਹਨੂੰ ਤੰਗ ਕਹਿੰਦੇ ਹਨ। ਵੈਸੇ ਚਮੜਿਆਂ ਦੇ ਵੀ ਹੁੰਦੇ ਸੀਗੇ, ਤੇ ਇਹ ਤੰਗ ਜਿਹੜਾ ਸਪੈਸ਼ਲ ਸ਼ਿੰਗਾਰ ਵਿੱਚ ਬਣਿਆ, ਇਸ ਤੰਗ ਦੇ ਉੱਤੋਂ ਦੀ ਰੇਸ਼ਮੀ ਕੱਪੜਾ ਮੜਿਆ ਹੋਇਆ, ਇਸ ਕਰਕੇ ਉਹਨੂੰ ਰੇਸ਼ਮੀ ਤੰਗ ਕਹਿੰਦੇ ਹਨ। ਉਹ ਪਾ ਕਰਕੇ ਕਾਠੀ ਦੇ ਦੋਨੇ ਪਾਸਿਓਂ ਪਾ ਕੇ ਚੰਗੀ ਤਰ੍ਹਾਂ ਕੱਸ ਦਿੱਤਾ ਜੀ। ਕਵਕਾ ਦੇ ਕਰ ਲਿਆ ਬੁਤਾਹਾ, ਪ੍ਰਭੂ ਬਿਰਾਜੇ ਬੈਠੇ ਜਹਾਂ। ਦੋਨੇ ਪਾਸੇ ਸੁੰਦਰ ਰਕਾਬਾਂ ਸਜਾ ਦਿੱਤੀਆਂ, ਅਤੇ ਕਵਕਾ ਕਹਿੰਦੇ ਆ, ਮੂੰਹ ਵਿੱਚ ਕੜਿਆਲਾ ਪਾਇਆ ਜਾਂਦਾ ਹੈ। ਘੋੜੇ ਨੂੰ ਧੌਣ ਤੋਂ ਨਹੀਂ ਖਿੱਚ ਕੇ ਰੋਕਿਆ ਜਾ ਸਕਦਾ, ਉਹਦੇ ਮੂੰਹ ਵਿੱਚ ਪਾਏ ਕੜਿਆਲੇ ਤੋਂ ਖਿੱਚ ਕੇ ਰੋਕਿਆ ਜਾ ਸਕਦਾ ਹੈ। ਇਸੇ ਤਰ੍ਹਾਂ ਹੀ ਸਤਿਗੁਰਾਂ ਨੇ ਇਸ ਸ਼ਿੰਗਾਰ ਨੂੰ ਲੈ ਕੇ ਗੁਰਬਾਣੀ ਵਿੱਚ ਇੱਕ ਗੱਲ ਬੜੀ ਸੋਹਣੀ ਲਿਖੀ ਆ, ਸ਼ਬਦ ਕਿ ਜਿਹੜਾ ਸਾਡਾ ਮਨ ਹੈ, ਮਾਨੋ ਇਹ ਮੂੰਹ ਜੋਰ ਘੋੜੇ ਦੀ ਤਰ੍ਹਾਂ ਬੇਕਾਬੂ ਹੋਇਆ ਹੈ, ਤੇ ਫਿਰ ਮਹਾਰਾਜ ਇਹਦੇ ਕਿਹੜਾ ਕੜਿਆਲਾ ਪਾਈਏ? ਕਹਿੰਦੇ ਗੁਰੂ ਦੇ ਸ਼ਬਦ ਦਾ ਕੜਿਆਲਾ ਇਹਦੇ ਮੂੰਹ ਵਿੱਚ ਪਾਓ, ਤਾਂ ਹੀ ਇਹ ਕੰਟਰੋਲ ਵਿੱਚ ਰਹਿ ਸਕਦਾ। ਤੇ ਉਹ ਕੜਿਆਲਾ ਲਗਾਮਾਂ ਦੇ ਨਾਲ ਜੋੜ ਕੇ ਮੂੰਹ ਵਿੱਚ ਪਾਇਆ। ਪ੍ਰੀਤਮ ਦੇ ਹਜ਼ੂਰ ਘੋੜਾ ਖੜਾਇਆ ਹੈ, ਔਰ ਮੇਰੇ ਪ੍ਰੀਤਮ ਵਿਰਾਜਮਾਨ ਹੋਏ ਜੀ। ਅਵਲੋਕਨ ਕਰ ਸੁੰਦਰ ਘੋਰਾ, ਸੇਵਾ ਕਰੇ ਪਿਉ ਤਰ ਜੋਰਾ। ਬੜੀ ਸੇਵਾ ਕੀਤੀ ਹੈ ਇਸ ਘੋੜੇ ਦੀ, ਤੇ ਬੜੀ ਤਾਕਤਵਰ ਘੋੜਾ ਹੋ ਗਿਆ ਹੈ। ਅੱਜ ਇਸ ਦੀ ਤਾਕਤ ਨੂੰ
देखना है। उठ कर नानक तब चले आए, इक रकाब पग पंकज पाए। ਮੇਰੇ ਪ੍ਰੀਤਮ ਜੀ ਘੋੜੇ ਦੇ ਕੋਲ ਆਏ ਹਨ ਤੇ ਖੱਬਾ ਪੈਰ ਘੋੜੇ ਦੀ ਰਕਾਬ ਵਿੱਚ ਰੱਖਦੇ ਹਨ। गरीब केस गया है कि जब उसे ऊपर चढ़ते तब। ਧੌਣ ਦੇ ਵਾਲਾਂ ਨੂੰ ਫੜ ਕੇ ਸਵਾਰ ਜਿਹੜਾ ਹੈ ਘੋੜੇ ਤੇ ਸਵਾਰ ਹੁੰਦਾ ਹੈ। ਇੱਕ ਹੱਥ ਕਾਠੀ ਨੂੰ ਪਾਇਆ ਜਾਂਦਾ ਹੈ, ਇੱਕ ਹੱਥ ਧੌਣ ਦੇ ਵਾਲਾਂ ਨੂੰ ਪਾ ਕਰਕੇ ਮੇਰੇ ਪ੍ਰੀਤਮ ਜੀ ਘੋੜੇ ਤੇ ਜਦ ਚੜਨ ਲੱਗੇ ਜੀ। उछरियो घोड़ा बल को भरियो, न आसन पर श्री प्रभु थिरियो। ਔਰ ਜਦ ਪਾਤਸ਼ਾਹ ਨੇ ਧੌਣ ਫੜ ਕੇ ਉਸਦੇ ਧੌਣ ਦੇ ਬਾਲ ਫੜ ਕੇ ਉੱਪਰੋਂ ਚੜਨ ਦੀ ਸਲਾਹ ਕੀਤੀ ਹੈ ਤੇ ਘੋੜਿਆ ਉਛਲੇ ਹੈ ਤੇ ਸਤਿਗੁਰੂ ਘੋੜੇ ਤੇ ਨਹੀਂ ਚੜੇ। अग्नि पर तिसते थिर खरे, दान पूजा झटक बो करे। ਔਰ ਇਸ ਤਰ੍ਹਾਂ ਪਾਤਸ਼ਾਹ ਜੀ ਦੀ ਖੱਬੀ ਬਾਹ ਨੂੰ ਘੋੜੇ ਨੇ ਝਟਕਾ ਦਿੱਤਾ ਹੈ ਔਰ ਪਾਤਸ਼ਾਹ ਥੱਲੇ ਹੀ ਖੜੇ ਹਨ। चढ़े बौर पीड़ा कुछ भई, सेकर माल संग बंध दई। ਔਰ ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਦੂਜੀ ਵਾਰ ਚੰਗੀ ਤਰ੍ਹਾਂ ਕਾਬੂ ਕਰਕੇ ਚੜ੍ਹਾਈ ਕੀਤੀ ਹੈ ਤੇ ਚੜ ਗਏ ਜੀ। प्रथम तुरंग तोर कर चाला, फिर पीर सतेज विसाला। ਪਹਿਲਾਂ ਸਤਿਗੁਰਾਂ ਨੇ ਘੋੜੇ ਨੂੰ ਹੌਲੀ ਹੌਲੀ ਉੱਥੇ ਘੁਮਾਉਣਾ ਕੀਤਾ ਹੈ, ਕੰਟਰੋਲ ਵਿੱਚ ਕਰਦਿਆਂ ਹੋਇਆਂ, ਕਾਬੂ 'ਚ ਕਰਦਿਆਂ ਹੋਇਆਂ ਜਦੋਂ ਚੰਗੀ ਤਰ੍ਹਾਂ ਸਤਿਗੁਰੂ ਜੱਚ ਗਏ ਕਾਠੀ ਦੇ ਉੱਪਰ ਲਗਾਮਾਂ ਹੱਥ ਵਿੱਚ ਸੰਭਾਲੀਆਂ ਹਨ, ਫਿਰ ਉਸ ਨੂੰ ਤੇਜ਼ ਭਜਾ ਕੇ ਵੀ ਦੇਖਿਆ ਹੈ ਜੀ। बहुत वाई कर भले बंदायो, पुन जननी मंदिर प्रभ आयो। ਔਰ ਉਸ ਦੀਆਂ ਚੰਗੀਆਂ ਅੱਜ ਦਵੌੜਾਂ ਲਵਾਈਆਂ, ਕੁਦਵਾਇਆ, ਭਜਾਇਆ ਹੈ। ਫਿਰ ਮਾਤਾ ਗੋਜਰੀ ਜੀ ਦੇ ਕੋਲ ਆਏ ਹਨ। पुत्र तुरंग ते अंतर बड़े, माता निकट बैठ बो करे। ਔਰ ਮਹਿਲਾਂ ਵਿੱਚ ਆ ਕੇ ਘੋੜੇ ਤੋਂ ਉਤਰੇ ਤੇ ਮਾਤਾ ਗੋਜਰੀ ਜੀ ਦੇ ਕੋਲ ਆ ਗਏ ਹਨ। पुरुष पूत पर दृष्ट बसारे, अंत प्रहिरत है बलहारी। ਔਰ ਮਾਤਾ ਗੋਜਰੀ ਜੀ ਆਪਣੇ ਪੁੱਤਰ ਤੋਂ ਬਲਿਹਾਰੇ ਜਾਂਦੇ ਹਨ ਔਰ ਪਿਆਰੇ ਪੁੱਤਰ ਨੂੰ ਦੇਖ ਕੇ ਬੜੇ ਖੁਸ਼ ਹੁੰਦੇ ਹਨ। मुख को पिक सगंध पुन पेखा, बंध्यो वस्त्र साथ अबरिखा। ਤੇ ਗੁਰੂ ਪਿਆਰਿਓ ਜਦੋਂ ਘੋੜੇ ਨੇ ਝਟਕਾ ਮਾਰਿਆ ਸੀ ਤੇ ਖੱਬੀ ਬਾਹ ਨੂੰ ਝਟਕਾ ਦਿੱਤਾ ਸੀ, ਉਸ ਨੂੰ ਚਿੱਟੇ ਰੁਮਾਲ ਦੇ ਨਾਲ ਫਿਰ ਬੰਨ੍ਹਣਾ ਕੀਤਾ ਸੀ। ਤੇ ਜਦੋਂ ਮਾਤਾ ਗੋਜਰੀ ਜੀ ਨੇ ਦੇਖਿਆ ਵੀ ਇਹ ਕੀ ਹੋਇਆ, ਬਾਂਹ ਤੇ ਕੱਪੜਾ ਕਿਉਂ ਬੰਨਿਆ ਹੈ? होए संकट सुत को पुन कहो, एका पियो वस्त्र बंध रहो। ਮਾਤਾ ਜੀ ਕਹਿੰਦੇ ਪੁੱਤਰਾ ਬਾਂਹ ਤੇ ਕੀ ਹੋ ਗਿਆ, ਇਹ ਕੱਪੜਾ ਕਿਉਂ ਬੰਨਿਆ ਮੋਢੇ ਕੋਲ? कहे कुछ सब दे तुम्हारे, को कारण कहियत निर्धारे। ਠੀਕ ਤਾਂ ਹੈ, ਕੋਈ ਸੱਟ ਤਾਂ ਨਹੀਂ ਵੱਜੀ, ਬਾਂਹ ਤੇ ਕੀ ਹੋਇਆ? सुन जननी ते कहो कृपाला, चढ़ लगे जब तरंग विशाला। ਪਾਤਸ਼ਾਹ ਕਹਿੰਦੇ ਮਾਤਾ ਜੀ ਘੋੜੇ ਤੇ ਚੜਨ ਲੱਗੇ ਸੀ, ਨਵੇਂ ਘੋੜੇ ਤੇ ਚੜਨ ਲੱਗੇ ਸੀ ਤੇ ਉਹਨੇ ਝਟਕਾ ਮਾਰਿਆ। उछरियो बल ते भुज अटकाए, खाए जोर पुन पीर उठाए। ਜਿਸ ਤਰ੍ਹਾਂ ਗੁਰੂ ਪਿਆਰੋ ਝਟਕਾ ਵੱਜੇ ਤੇ ਉਸ ਦੇ ਨਾਲ ਪੀੜ ਨਿਕਲ ਜਾਂਦੀ ਹੈ, ਪਾਤਸ਼ਾਹ ਕਹਿੰਦੇ ਐਦਾਂ ਮਾੜੀ ਜੀ ਪੀੜ ਹੋਈ ਆ। सुन संकट जननी तब पाए, वृंद समग्री संचर गए। ਤੇ ਉਹ ਮਾਤਾਵਾਂ ਨੂੰ ਪੁੱਤਰਾਂ ਦੇ ਦੁੱਖਾਂ ਦਾ ਪਤਾ ਹੈ। ਮਾਤਾ ਜੀ ਕਹਿਣ ਲੱਗੇ ਲਿਆ ਮੈਂ ਦੇਖਾਂ ਕਿਤੇ ਜ਼ਿਆਦਾ ਦਰਦ ਤਾਂ ਨਹੀਂ ਹੁੰਦਾਗਾ। ਉਹਨਾਂ ਸਮਿਆਂ ਦੇ ਵਿੱਚ ਦੇਸੀ ਹੀ ਦਵਾਈਆਂ ਜਿਵੇਂ ਹਾਲੋਂ ਰਗੜ ਕੇ ਲਾ ਲੈਣੀ, ਉਹਦੇ ਨਾਲ ਦਰਦ ਚੁੱਕਿਆ ਜਾਂਦਾ ਹੈ, ਹਲਦੀ ਨਾਲ ਚੁੱਕਿਆ ਜਾਂਦਾ ਹੈ। ਇੱਦਾਂ ਮਾਤਾ ਜੀ ਕਹਿੰਦੇ ਪੁੱਤਰ ਲੈ ਫੜ, ਆਹ ਵੱਲ ਦਿੰਨੇ ਆਪਾਂ। कारदार सन भन तत्काला, करीम गावन सुत बैठाला। ਇਸ ਤਰ੍ਹਾਂ ਮਾਤਾ ਜੀ ਨੇ ਗੁਰੂ ਪਿਆਰਿਓ ਉਸੇ ਵੇਲੇ ਜਿਹੜਾ ਹੈ ਪੁੱਤਰ ਦੀ ਉਹ ਬਾਂਹ ਤੇ ਜਿੱਥੇ ਦਰਦ ਹੋ ਰਿਹਾ ਸੀਗਾ ਉੱਥੇ ਆਪਦਾ ਓੜ ਪੋੜ ਕਰ ਦਿੱਤਾ। आज बिज लेकर निकस्यो बार, तेरे पौर पर सिंह जो जाहर। ਔਰ ਕਹਿੰਦੇ ਅੱਜ ਅੰਦਰੋਂ ਗੁਰੂ ਪਿਆਰਿਓ ਮਾਤਾ ਨੇ ਕੁਝ ਬ੍ਰਾਹਮਣਾਂ ਨੂੰ ਸਮਾਨ ਦਿੱਤਾ। ਕਹਿੰਦੇ ਆ ਸਮਾਨ ਲੈ ਜਾਓ ਤੁਸੀਂ ਭਾਈ, ਮੇਰੇ ਪੁੱਤਰ ਨੂੰ ਕੋਈ ਦੁੱਖ ਨਹੀਂ ਆਉਣਾ ਚਾਹੀਦਾ। पूजो बेपगाए लियायो, सिर सदका सतगुरु दबायो। ਔਰ ਤੇ ਜਦੋਂ ਬ੍ਰਾਹਮਣ ਕੁਝ ਵਸਤੂਆਂ ਲੈ ਕੇ ਬਾਹਰ ਨਿਕਲਿਆ ਤੇ ਗਾਂ ਸਿੰਘ ਖੜੇ ਸੀ ਬਾਹਰ 'ਚ। ਉਹ ਕਹਿੰਦੇ ਓਏ ਤੂੰ ਕੀ ਲਈ ਜਾਣਾ, ਕਿੱਥੋਂ ਲੈ ਕੇ ਆਇਆ? ਕਹਿੰਦੇ ਮਾਤਾ ਜੀ ਨੇ ਦਿੱਤਾ ਹੈਗਾ ਆਪਣੇ ਪੁੱਤਰ ਤੋਂ
मैं मेरा पुत्र सुखी रहे। सो बिपरीन को जननी दीना, जाहि सदन को हम सब लीना। ਉਹ ਸਾਨੂੰ ਬ੍ਰਾਹਮਣਾਂ ਨੂੰ ਦਿੱਤਾ ਹੈ, ਮਾਤਾ ਨੇ ਖੁਸ਼ੀ ਵਿੱਚ ਆ ਕੇ ਅਸੀਂ ਲੈ ਕੇ ਜਾਂਦੇ ਆ। जब सिर साधक सिंगन सुनियो, मेरे आपस में नीके गुणियो। ਔਰ ਜਦੋਂ ਇਹਨਾਂ ਸਿੰਘਾਂ ਨੇ ਸੁਣਿਆ ਵੀ ਹੈ ਸਤਿਗੁਰ ਤਾਂ ਸਭ ਨੂੰ ਸੁੱਖ ਦੇਣ ਵਾਲੇ ਆ, ਉਹਨਾਂ ਨੂੰ ਮਾਤਾ ਜੀ ਕਿਹੜੇ ਸੁੱਖ ਦੇਣ ਨੂੰ ਫਿਰਦੇ ਆ, ਤੇ ਬ੍ਰਾਹਮਣ ਕੀ ਸੁੱਖ ਦੇਣਗੇ ਦਾਨ ਪੁੰਨ ਕਰਕੇ। ਸਿੰਘਾਂ ਨੇ ਕਹਿੰਦੇ ਆਪਸ ਵਿੱਚ ਮਸ਼ਵਰਾ ਕੀਤਾ, ਸਲਾਹ ਕੀਤੀ ਹੈ। सिर साधक रहते को बने, हम सिख गुर के हैं हित सने। ਅਸੀਂ ਗੁਰੂ ਦੇ ਸਿੰਘ ਹਾਂ, ਤੁਸੀਂ ਗੁਰੂ ਦਾ ਦੁੱਖ ਕੀ ਦੂਰ ਕਰੋਗੇ। ਫੜਾਓ ਸਮਾਨ ਇੱਧਰ। प्रेम विचार कर लीन सुचीना, ब्रिप पुकार रहो न दीना। ਔਰ ਪੰਡਤ ਨੇ ਬੜਾ ਜ਼ੋਰ ਲਾਇਆ ਬਈ ਸਾਨੂੰ ਦਾਨ ਦਿੱਤਾ ਹੈ। ਸਿੰਘ ਕਹਿੰਦੇ ਨਹੀਂ ਅਸੀਂ ਲਵਾਂਗੇ ਦਾਨ, ਇਹ ਸਾਡਾ ਹੈਗਾ। ਤੇ ਉਹਨਾਂ ਦੇ ਕੋਲੋਂ ਖੋਲਿਆ, ਉਹ ਰੌਲਾ ਪਾਉਣ ਲੱਗਿਆ। करत पुकार मात डिग आयो, सिंगन छीनियो सकल सुनायो। ਆ ਕੇ ਕਹਿੰਦਾ ਮਾਂ ਜੀ ਜਿਹੜਾ ਤੁਸੀਂ ਮੈਨੂੰ ਸਮਾਨ ਦਿੱਤਾ ਸੀ ਉਹ ਤੁਹਾਡੇ ਸਿੱਖਾਂ ਨੇ ਖੋਲਿਆ ਜਿਹੜੇ ਗੇਟ ਤੇ ਖੜੇ ਆ। सुन जननी कर गोप विशाला, ऊंचे बेल कहो तिस काला। ਤਾਂ ਮਾਤਾ ਜੀ ਕਹਿਣ ਲੱਗੇ ਕਿਹੜੇ ਸਿੰਘ ਖੜੇ ਆ ਬਾਹਰ। कैसे सिंह पौर पर राखे, लेन देन पर जे अभिलाखे। ਇਹ ਕੀ ਗੱਲ ਹੈ, ਸਿੰਘਾਂ ਨੂੰ ਕੀ ਲੋੜ ਹੈ ਭਾਈ। ਇਹ ਜੇ ਅਸੀਂ ਦਿੱਤਾ ਕਿਸੇ ਨੂੰ ਤਾਂ ਦੇਣ ਵਾਲਿਆਂ ਨੂੰ ਦਿੱਤਾ ਹੈ। आवण जानो बंद करंते, निज आदिक सब संग लरंते। ਇਹ ਆਪਦੀ ਮਰਜ਼ੀ ਕਰਦੇ ਆ, ਬ੍ਰਾਹਮਣਾਂ ਨਾਲ ਕਿਉਂ ਲੜੇ ਨਾ। कहे सने मैं किसकी नाही, उचित अनुचिते लख न सकाही। ਇਹ ਚੰਗੀ ਗੱਲ ਨਹੀਂ ਹੈ, ਚੰਗਾ ਮਾੜਾ ਸੋਚਣਾ ਚਾਹੀਦਾ। ऊंचे बोल मात को सुने, श्री सतगुर श्री मुख ते बने। ਤਾਂ ਜਦੋਂ ਮਾਤਾ ਜੀ ਬੋਲੇ ਉੱਚੀ ਵੀ ਇਹ ਕਿਉਂ ਕੀਤਾ, ਕਿਉਂ ਖੋਹਿਆ, ਤੇ ਪਾਤਸ਼ਾਹ ਕਹਿੰਦੇ मात गोप कै सना सकीना, हुक्म तमारो कहना चीना। ਕਹਿਣ ਲੱਗੇ ਮਾਤਾ ਜੀ ਕਿਹਨੇ ਤੁਹਾਡਾ ਹੁਕਮ ਨਹੀਂ ਮੰਨਿਆ, ਮੈਨੂੰ ਦੱਸੋ। सुन सुत ते प्रसंग कह दे हो, तो सिर साधक बृपन लियो। ਮਾਤਾ ਕਹਿੰਦੀ ਪੁੱਤਰ ਮੈਂ ਬ੍ਰਾਹਮਣਾਂ ਨੂੰ ਕੁਝ ਦਾਨ ਦਿੱਤਾ ਸੀ। ले जात सो सिंगन चीने, होए निसंग अस उदम कीने। ਕਹਿਣ ਲੱਗੇ ਉਹ ਲੈ ਕੇ ਜਾ ਰਹੇ ਸੀ ਤੇ ਸਿੱਖਾਂ ਨੇ ਖੋਹ ਲਿਆ ਉਹਨਾਂ ਦੇ ਕੋਲੋਂ। श्री सतगुर सन बृप बुलायो, पूजन हित निकट ठहरायो। ਉਹਨੂੰ ਸੱਦ ਕਰਕੇ ਪੁੱਛਣਾ ਕੀਤਾ ਹੈ। कहो तिज सिंगन संग प्रसंग, किम बोले किम कीन को टंग। ਕੀ ਕਿਹਾ ਭਾਈ ਸੋਨੂੰ ਸਿੱਖਾਂ ਨੇ। महाराज हम लेकर गए, बहुत स्थान पहुँचते भई। ਮਹਾਰਾਜ ਤੁਸੀਂ ਗੇਟ ਤੋਂ ਬਾਹਰ ਜਾ ਰਹੇ ਸੀ। पूजन लगे कहाँ तुम आन्यो, गुर सिर साधक हमें बखान्यो। ਔਰ ਪਾਤਸ਼ਾਹ ਜੀ ਨੂੰ ਦੱਸਦਾ ਬ੍ਰਾਹਮਣ ਕੇ ਸਿੱਖ ਕਹਿੰਦੇ ਨਹੀਂ ਗੁਰੂ ਦੇ ਸਦਕੇ ਅਸੀਂ ਲਵਾਂਗੇ, ਤੂੰ ਕਿਵੇਂ ਲਿਜਾ ਸਕਦਾ ਹੈ। ओम सुन कर सिर ते पोट उतारी, कह के इसके हम अधिकारी। ਇਹ ਗੁਰੂ ਦੀਆਂ ਦਾਤਾਂ ਦੀ ਅਸੀਂ ਅਧਿਕਾਰੀ ਹਾਂ, ਤੂੰ ਕਿਵੇਂ ਲਿਜਾ ਸਕਦਾ ਹੈ। अपर किसी को हमने देता, इस विध कह ले धरी न कीत। ਅਸੀਂ ਤੈਨੂੰ ਕਿਵੇਂ ਲਿਜਾਣ ਦੇਵਾਂਗੇ। ਇੰਨਾ ਕਹਿ ਕੇ ਮੈਥੋਂ ਪੋਟਲੀ ਫੜ ਕੇ ਰੱਖ ਲਈ ਆ। सुन सतगुर जननी संग कहयो, अपर दान जीतक बच रहयो। ਪਾਤਸ਼ਾਹ ਕਹਿੰਦੇ ਕੋਈ ਨਹੀਂ ਮਾਤਾ ਜੀ ਇਹਨਾਂ ਨੂੰ ਹੋਰ ਦੇ ਦਿਓ। इसे न को देहो निक सिउ पार, जे बूझो सिख पुन तिस ठार। ਔਰ ਜਾ ਲੈ ਜਾ ਜੇ ਤੈਨੂੰ ਪੁੱਛਣ ਦੁਆਰੇ ਸਿੱਖ। कहो संकल्प कर दिया दान, सो हम ले जात निज थान। ਕਹਿ ਦਿਓ ਬਾਦਸ਼ਾਹ ਜੀ ਨੇ ਇਹ ਦੇਣਾ ਕੀਤਾ, ਅਸੀਂ ਲੈ ਕੇ ਜਾਂਦੇ ਹਾਂ। बाहर बंद के कोट पियानो, सिंगन बूझे तबे बखानो। ਜਦੋਂ ਦੁਬਾਰਾ ਦਿੱਤਾ ਹੋਈਆਂ ਵਸਤੂਆਂ ਲੈ ਕੇ ਜਾਣ ਲੱਗਿਆ कर संकल्प देव गुरदाना, सो समग्री हम अब आना। ਕਹਿਣ ਲੱਗੇ ਗੁਰੂ ਸਾਹਿਬ ਜੀ ਨੇ ਆਪਣੇ ਹੱਥੀਂ ਦੇਣਾ ਕੀਤਾ ਹੈ। सुनत खालसी तब कह दियो, जाहो मिस्र जुआ छुपियो। ਤਾਂ ਖਾਲਸਾ ਕਹਿਣ ਲੱਗਿਆ ਚੰਗਾ ਜਾ ਲੈ ਜਾ, ਫਿਰ ਗੁਰੂ ਸਾਹਿਬ ਨੇ ਦਿੱਤਾ ਤਾਂ। प्रथम समग्री चीनी जोवे, अन देग में पायो सोए। ਜਿਹੜਾ ਪਹਿਲਾਂ ਇਹ ਤੋਂ ਲੈ ਲਿਆ ਸੀ ਉਹ ਲੰਗਰ ਵਿੱਚ ਲਿਜਾ ਕੇ ਪਾ ਦਿੱਤਾ। कंचन आदक वास्तविकाई, लेकर मैदा घृत मिठाई। ਕਿਉਂਕਿ ਗੁਰੂ ਘਰ ਦੇ ਵਿੱਚ ਕਿਸੇ ਵਸਤੂ ਦਾ ਤੋੜਾ ਨਹੀਂ। ਮਾਤਾ ਨੇ ਕੁਝ ਸੋਨਾ ਵੀ ਦੇ ਦਿੱਤਾ ਹੋਣਾ, ਕੋਈ ਹਾਰ ਵਗੈਰਾ, ਕਹਿੰਦੀ ਉਸ ਦਾ ਵੀ
मैदा घ्यो आदि लिया के लंगर विच पा दिता है। पंचामृत सब को करवायो सकल खालसे में वर्तायो। कड़ा प्रसाद बना के संगत विच वरता दिता है। कह के भेजो सबके डेरे सुन के संगत संत अचेरे। सारियां दे डेरियां विच तंबूआं विच भी भेज दिता। इतना समान वो तैयार हो गया। कहो प्रमोद कहे ज्ञानी को सिर साधक श्री सतगुरु जी को। सतगुर दे सिर तो तां ਅਸੀਂ ਬਲਿਹਾਰੇ ਜਾਣੇ ਹਾਂ। ਐਸੀ ਕਿਹੜੀ ਗੱਲ ਹੈ ਕਿ ਸਾਨੂੰ ਇਸ ਕੰਮ ਪਿੱਛੇ ਕਿਸੇ ਬ੍ਰਾਹਮਣ ਕੋਲ ਜਾਣਾ ਪਵੇ? ਇਹ ਬਿਲਕੁਲ ਗਲਤ ਹੈ। ਸਤਿਗੁਰੂ ਸਾਡਾ ਹੈ, ਅਸੀਂ ਸਤਿਗੁਰ ਦੇ ਹਾਂ। ਬਾਹਰ ਹੋਏ ਜਿਸ ਪਰ ਅਰਦਾਸ ਮਾਲਕ ਤਾਹੇ ਖਾਲਸਾ ਖਾਸ। ਅੱਜ ਤੋਂ ਬਾਅਦ ਜੋ ਵੀ ਗੁਰੂ ਦੇ ਘਰ ਦੇ ਵਿੱਚ ਅਰਦਾਸਾ ਹੋਵੇਗਾ ਉਸ ਦਾ ਮਾਲਕ ਖਾਲਸਾ ਹੈ, ਸੰਗਤ ਹੈ। ਜਿਸ ਕੋ ਜੋਗੀ ਖੋਜਤ ਹਾਰੇ ਪਾਈ ਨਾ ਸਕੇ ਸੁਰਾਸੁਰ ਧਾਰੇ। ਹਾਂ, ਜਿਸ ਚੀਜ਼ ਨੂੰ ਜੋਗੀ ਸੁਰ ਅਸੁਰ ਦੇਵਤੇ ਦੈਂਤ ਲੱਭਦੇ ਮਰ ਗਏ, ਉਹ ਚੀਜ਼ ਤਾਂ ਗੁਰੂ ਨੇ ਸਾਨੂੰ ਦਿੱਤੀ ਹੈ। ਸੋ ਸਰੂਪ ਜਗ ਕਾਰਨ ਹੀਤਾ ਪ੍ਰਗਟ ਪਏ ਬੇਦੀ ਕੁਲ ਕੀਤਾ। ਉਹ ਸਰੂਪ ਧਾਰਨ ਕਰਕੇ ਪਰਿਪੂਰਨ ਪਰਮੇਸ਼ਰ ਪ੍ਰਮਾਤਮਾ ਦੁਨੀਆ ਵਿੱਚ ਆਏ ਨਾਨਕ ਜੀ ਦੇ ਰੂਪ ਵਿੱਚ। ਇਸ ਕੋ ਦਸਮ ਰੂਪ ਅਵਤਾਰਾ ਸਿਰ ਸਾਧਕ ਪਰ ਹੋਰ ਸੁਖਾਰਾ। ਔਰ ਉਹਨਾਂ ਦਾ 10ਵਾਂ ਰੂਪ ਹੈ। ਐਸੇ ਸਤਿਗੁਰ ਦੇ ਸਿਰ ਤੋਂ ਅਸੀਂ ਸਦਕੇ ਜਾਂਦੇ ਹਾਂ। ਪਹਿਲੇ ਜਾਦੇ ਅਪਰ ਕੋ ਪਾਉਣਾ ਤਬੇ ਖਾਲਸਾ ਹੋਵਤ ਕੌਣ। ਹਾਂ, ਪਾਤਸ਼ਾਹ ਜੀ ਕਹਿੰਦੇ ਪਹਿਲੇ ਜਾਤ ਅਪਰ ਕੋ ਪਾਉਣ। ਜੇ ਗੁਰੂ ਦੇ ਘਰ ਤੋਂ ਦਿੱਤੀਆਂ ਦਾਤਾਂ, ਭਾਵੇਂ ਸਤਿਗੁਰੂ ਸਭ ਨੂੰ ਦਾਤਾਂ ਦਿੰਦਾ ਹੈ, ਪਰ ਇਹ ਕਰਮਕਾਂਡ ਜੇ ਸਿੱਖਾਂ ਨੇ ਗੁਰੂ ਘਰ 'ਚ ਨਹੀਂ ਚੱਲਣ ਦੇਣੇ। ਕੋ ਸਤਨਾਮ। ਇਹਨਾਂ ਚੀਜ਼ਾਂ ਦੀ ਗੱਲ ਹੈ। ਔਰ ਇਹ ਨਹੀਂ ਕਹਿੰਦੇ ਵੀ ਦਾਤਾਂ ਗੁਰੂ ਸਾਹਿਬ ਕਿਸੇ ਨੂੰ ਦੇਣ ਨਾ, ਪਰ ਮਤਲਬ ਜਿਹੜਾ ਇਹ ਪਖੰਡਬਾਜੀ ਜੀ ਹੈ, ਸਿੰਘ ਕਹਿੰਦੇ ਇਹ ਅਸੀਂ ਨਹੀਂ ਦੇਣੀ ਕਿਸੇ ਨੂੰ। ਇਹ ਸਭ ਗੁਰੂ ਘਰ ਦਾ ਸਮਾਨ ਸੰਗਤ ਹੀ ਛਕੇਗੀ ਰਲ ਮਿਲ ਕੇ, ਸਪੈਸ਼ਲ ਬ੍ਰਾਹਮਣਾਂ ਨੂੰ ਨਹੀਂ ਦੇਣਾ। ਤਾਂ ਪਾਤਸ਼ਾਹ ਜੀ ਕਹਿਣ ਲੱਗੇ ਇਮ ਵਿਚਾਰ ਸਗਰੇ ਹਰਿ ਖਾਏ ਇਸ ਬਿਨ ਕੀਤਕ ਦਿਵਸ ਬਿਤਾਏ। ਇਹ ਸਾਰੇ ਸਿੰਘਾਂ ਨੇ ਸੋਚਿਆ ਇੱਕ ਸਮੇਂ ਦੀ ਗੱਲ ਹੈ, ਮੈਂ ਇਹਦੇ ਨਾਲ ਮਿਲਦੀ ਜੁਲਦੀ ਗੱਲ ਆਪ ਜੀ ਨੂੰ ਸੁਣਾਵਾਂ। ਤਾਂ ਗੁਰੂ ਪਿਆਰਿਓ, ਇੱਕ ਸਮੇਂ ਦੀ ਗੱਲ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੰਗਾਂ ਨੂੰ ਜਿੱਤਣ ਤੋਂ ਬਾਅਦ ਇੱਕ ਵਾਰੀ ਵੱਡਾ ਸਾਰਾ ਲੰਗਰ ਕੀਤਾ। ਲੋਕ ਉਦੋਂ ਜਗ ਕਹਿ ਦਿੰਦੇ ਸੀਗੇ, ਬ੍ਰਹਮ ਹੋਮ ਕਹਿ ਦਿੰਦੇ ਸੀ ਬ੍ਰਾਹਮਣ ਲੋਕ। ਗੁਰੂ ਘਰ ਦੇ ਵਿੱਚ ਇਸ ਨੂੰ ਲੰਗਰ ਕਿਹਾ ਜਾਂਦਾ। ਜਦੋਂ ਬਹੁਤ ਵੱਡਾ ਲੰਗਰ ਕੀਤਾ ਜੰਗ ਜਿੱਤ ਕੇ, ਤੇ ਲੰਗਰ ਜੋ ਤਿਆਰ ਹੋਇਆ, ਅਰਦਾਸਾ ਹੋਇਆ, ਪਾਤਸ਼ਾਹ ਨੇ ਆਪ ਛਕਿਆ ਪ੍ਰਸ਼ਾਦ, ਸੰਗਤ ਨੂੰ ਹੋ ਛਕੋ ਭਾਈ। ਇੱਕ ਪੰਡਤ ਆ ਗਿਆ, ਕਹਿਣ ਲੱਗਿਆ ਮਹਾਰਾਜ ਤੁਸੀਂ ਬਹੁਤ ਕੰਮ ਖਰਾਬ ਕਰਤਾ ਸਾਡਾ। ਕਹਿੰਦੇ ਕਿਉਂ? ਜਦੋਂ ਪਹਿਲਾਂ ਰਾਜੇ ਮਹਾਰਾਜੇ ਜੰਗ ਜਿੱਤ ਕੇ ਆਉਂਦੇ ਸੀ, ਜੱਗ ਕਰਦੇ ਸੀ, ਤਾਂ ਪਹਿਲਾਂ ਉਹ 11 ਜਾਂ 21 ਬ੍ਰਾਹਮਣ ਸਾਦੇ ਸੀਗੇ। ਪਹਿਲਾਂ ਸਾਨੂੰ ਦਾਨ ਪੁੰਨ ਦੇ ਕੇ ਸਾਰੇ ਬ੍ਰਾਹਮਣਾਂ ਨੂੰ ਮੂਹਰਲੀ ਲਾਈਨ 'ਚ ਬਿਠਾ ਕੇ ਸਾਨੂੰ ਛਕਾਉਂਦੇ ਸੀ, ਫਿਰ ਲੋਕਾਂ ਨੂੰ ਛਕਾਉਂਦੇ ਸੀ। ਅਤੇ ਤੁਸੀਂ ਸਾਨੂੰ ਸੱਦਿਆ ਹੀ ਨਹੀਂ ਅੱਜ। ਅਤੇ ਪਹਿਲਾਂ ਹੀ ਆ ਸਾਰੇ ਸ਼ੂਦਰਾਂ ਨੂੰ, ਨੀਚ ਨੀਚ ਨੂੰ, ਇਹਨਾਂ ਨੂੰ ਤੁਸੀਂ ਬਿਠਾ ਕੇ ਅਤੇ ਛਕਾ ਦਿੱਤਾ, ਅਤੇ ਸਾਡਾ ਕੋਈ ਨਾਂ ਨੇ ਚਿੱਤ ਹੀ ਨਹੀਂ ਲਿਆ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਪੋਲਾ ਜਿਹਾ ਕਹਿੰਦੇ, ਵਿਸਰ ਗਇਓ ਮਿਸਰ ਜੂ। ਪੰਡਤ ਜੀ ਭੁੱਲ ਗਏ। ਪਾਤਸ਼ਾਹ ਨੇ ਪੋਲਾ ਜਿਹਾ ਕਿਹਾ ਅਤੇ ਪੰਡਤ ਚੜ੍ਹ ਗਿਆ। ਕਹਿੰਦੇ ਤੁਸੀਂ ਤਾਂ ਸਾਡੇ ਰੀਤੀ ਰਿਵਾਜ ਖਤਮ ਕਰਤੇ, ਵੇਦਾਂ ਦੀ ਪੜ੍ਹਾਈ ਖਤਮ ਕਰਤੀ, ਨਵੇਂ ਗ੍ਰੰਥ ਰਚਣ ਲੱਗ ਪਏ, ਨਵੀਂ ਬਾਣੀ ਰਚਣ ਲੱਗ ਪਏ। ਤੁਸੀਂ ਤਾਂ ਜਾਤ ਪਾਤ ਛੂਤ ਛਾਤ ਖਤਮ ਕਰਤੀ, ਤੁਸੀਂ ਤਾਂ ਸਾਡੀ ਪੂਜਾ ਖਤਮ ਕਰਤੀ। ਇਹਨਾਂ ਸ਼ੂਦਰਾਂ ਨੂੰ ਮੂਹਰੇ ਕਰਤਾ, ਸਾਨੂੰ ਪਿੱਛੇ ਕਰਤਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ, ਇਹ ਛਤਰੀ ਸਭ ਕਿਰਤ ਬ੍ਰਾਹਮਣ ਕੀ, ਕਿਰਪਾ ਕਹਿ ਕਟਾਕਸ਼ ਇਨ ਧਾਰੋ। ਇਹਨਾਂ 'ਤੇ ਕਿਰਪਾ ਦ੍ਰਿਸ਼ਟੀ ਰੱਖੋ ਪੰਡਤ ਜੀ, ਇਹ ਤੁਸੀਂ ਹੀ ਤਾਂ ਸ਼ੂਦਰ ਬਣਾਏ ਆ, ਛਤਰੀ ਤੁਸੀਂ ਬਣਾਏ ਆ ਨਾ। ਇਹਨਾਂ 'ਤੇ ਕਿਰਪਾ ਦ੍ਰਿਸ਼ਟੀ ਨਾਲ ਦੇਖੋ, ਹੈ ਨਾ ਬੋਲੋ। ਪਾਤਸ਼ਾਹ ਫਿਰ ਪੋਲਾ ਪੋਲਾ ਜਾਂ ਹੌਲੀ ਹੌਲੀ ਬੋਲੀ ਜਾਂਦੇ ਆ। ਬ੍ਰਾਹਮਣ ਉੱਚਾ ਚੜ੍ਹਦਾ ਜਾ ਰਿਹਾ ਹੈ। ਜਦੋਂ ਬਹੁਤਾ ਹੀ ਉੱਚਾ ਚੜ੍ਹ ਗਿਆ ਨਾ, ਫਿਰ ਦੂਜੀ ਵਾਰ ਪਾਤਸ਼ਾਹ, ਤੀਜੀ ਵਾਰ ਕਹਿੰਦੇ ਵੀ ਐਂ ਕਰ, ਤੂੰ ਗੁੱਸਾ ਨਾ ਕਰ, ਮੈਂ ਤੇਰੇ ਘਰੇ ਭੋਜਨ ਭੇਜਦਾ ਤੇਰੇ ਹਿੱਸੇ ਦਾ। ਅੱਜ ਤੁਹਾਡੇ ਘਰੇ ਭੇਜ ਦਿੰਦਾ ਮੈਂ। ਪੂਰੀ ਚੌਪੜੀ ਬਣਾ ਕੇ ਲਿਖੀ ਹੈ ਪਾਤਸ਼ਾਹ ਨੇ ਦਸਮ ਗ੍ਰੰਥ ਵਿੱਚ ਇਹ। ਤਾਂ ਉਹ ਜਦੋਂ ਬਹੁਤਾ ਗਰਮ ਜਾਂ ਹੋਣ ਲੱਗਿਆ, 10ਵੇਂ ਪਾਤਸ਼ਾਹ ਜੀ ਕਹਿੰਦੇ ਚੰਗਾ ਜਾ, ਮਿਲਣਾ ਸਭ ਨੂੰ ਭਾਗਾਂ ਦਾ। ਸਿੱਖੋ
ਅੱਜ ਤੋਂ ਬਾਅਦ ਕਿਸੇ ਬ੍ਰਾਹਮਣ ਨੂੰ ਲੰਗਰ ਦੇ ਵਿੱਚ ਨਹੀਂ ਸੱਦਣਾ। ਪਹਿਲਾਂ ਕੋਈ ਸਤਨਾਮ, ਇਹਨਾਂ ਦਾ ਪੱਤਾ ਕੱਟੇ। ਅੱਜ ਤੋਂ ਬਾਅਦ ਕਿਸੇ ਬ੍ਰਾਹਮਣਾਂ ਦੇ ਚੱਕਰ 'ਚ ਨਹੀਂ ਪੈਣਾ। ਤੁਸੀਂ ਅੱਜ ਤੋਂ ਬਾਅਦ ਲੰਗਰ ਬਣਾਓ, ਅਰਦਾਸਾਂ ਕਰੋ ਤੇ ਛਕਾ ਲਓ। ਆਪੇ ਬਣਾਓ ਤੇ ਆਪੇ ਛਕੋ। ਦਿਓ ਮਿਸਰ ਜੀ ਰੋਏ, ਆਖਰੀ ਪੰਕਤੀ ਵਿੱਚ ਲਿਖਦੇ ਆ ਪਾਤਸ਼ਾਹ, ਅਖੀਰ ਤੇ ਪੰਡਤ ਰੋ ਪਿਆ। ਕਹਿੰਦੇ ਹੋ ਰੋਣਾ ਕਿਉਂ ਹੈ? ਕਹਿੰਦੇ ਤੂੰ ਤਾਂ ਸਾਡਾ ਅੱਗਾ ਵੀ ਮਾਰਤਾ, ਸਾਡੀਆਂ ਆਉਣ ਵਾਲੀਆਂ ਕੁੱਲਾਂ ਨੂੰ ਹੀ ਬੰਦ ਕਰ ਦਿੱਤਾ ਹੈ, ਕਿਉਂਕਿ ਖਾਲਸੇ ਨੂੰ ਕਹਿਦਾ ਤੇ ਅੱਜ ਆਪਾਂ ਨੂੰ ਜਿਹੜਾ ਉਹਨਾਂ ਨਾਲੋਂ ਬਿਲਕੁਲ ਹੀ ਅਲੱਗ ਕਰਕੇ ਇੱਕ ਨਿਆਰਾ ਪੰਥ ਬਣਾਇਆ ਹੈ। ਜਬਲਾ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਾਵੇ ਗਹਿ ਬੇਪਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਤ। ਇਸ ਕਰਕੇ ਪਾਤਸ਼ਾਹ ਜੀ ਨੇ ਨਿਰਾਲਾਪਨ ਸਾਨੂੰ ਬਖਸ਼ਿਸ਼ ਕੀਤਾ ਹੈ। ਖੈਰ ਇਹ ਵੀ ਉਸੇ ਤਰ੍ਹਾਂ ਦੀ ਹੀ ਰਚਨਾ ਹੈ। ਇੱਕ ਵਾਰੀ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਵੀ ਇੱਦਾਂ ਕਰੋ, ਆਪਾਂ ਦਾਨ ਦੇਣਾ, ਤੇਰਾ ਫਲਾਨਾ ਵੱਡਾ ਬ੍ਰਾਹਮਣ ਨੂੰ ਸੱਦ ਕੇ ਲਿਆਓ। ਕਹਿੰਦੇ ਬ੍ਰਾਹਮਣ ਆ ਗਿਆ ਤੇ ਗੜੇ ਦੇ ਉੱਤੇ ਮਣ ਪੱਕੇ ਆ ਕਾਲੇ ਮਾਂ ਤੇ ਮਣ ਪੱਕਾ ਸਰੋਂ ਤੇਲ ਤੇ ਮਣ ਪੱਕਾ ਲੋਹਾ ਲਾਤਾ। ਕਹਿੰਦੇ ਪੰਡਿਤ ਜੀ ਇਹ ਦਾਨ ਲੈ ਜਾਓ। ਵੇਖ ਬੂਕ ਕੇ ਕਹਿੰਦਾ ਨਾ ਮਾਰੇ, ਤਾਂ ਬਹੁਤ ਭਾਰੀ ਦਾਨ ਹੈ, ਇਹ ਤਾਂ ਸਾਡੀ ਹਜਮ ਨਹੀਂ ਹੋਣਾ, ਅਸੀਂ ਇਹਨੂੰ ਨਹੀਂ ਲੈ ਸਕਦੇ। ਕਿਉਂ? ਤੁਸੀਂ ਜਨੇਊ ਨਹੀਂ ਪਾਇਆ। ਇੱਕ ਤਾਂ ਤੁਸੀਂ ਜਨੇਊ ਪਾਓਗੇ ਫਿਰ ਤੁਹਾਡੇ ਅਸੀਂ ਇਹ ਦਾਨ ਲਵਾਂਗੇ। ਪਾਤਸ਼ਾਹ ਕਹਿੰਦੇ ਜਨੇਊ ਤਾਂ ਮੈਂ ਨਹੀਂ ਪਾਉਂਦਾ ਗਾ, ਮੈਂ ਤਾਂ ਸ਼ਾਸਤਰ ਪਹਿਨਿਆ, ਸ਼ਾਸਤਰੀ ਪਹਿਨੂਗਾ, ਤੁਸੀਂ ਇਹ ਦਾਨ ਲੈ ਜਾਓ। ਕਹਿੰਦੇ ਨਹੀਂ ਇਹ ਬਹੁਤ ਭਾਰੀ ਆ, ਅਸੀਂ ਲੈਣਾ ਨਹੀਂ। ਕਹਿੰਦੇ ਚਲੋ ਠੀਕ ਹੈ। ਇੱਧਰੋਂ ਬੇਕਰ ਸਿੰਘਾ ਇੱਕੋ ਚੀਜ਼ ਰਹਿ ਗਈ ਯਾਰ, ਉਹ ਵੀ ਲਿਆ ਕੇ ਪਾਓ ਨਾ ਦਾਨ 'ਚ। ਦੱਸਿਆ ਹੋਇਆ ਸੀ ਪਹਿਲਾਂ ਹੀ। ਉਹ ਗਿਆ 10-12 ਤੋਲਿਆਂ ਦਾ ਸੋਨੇ ਦਾ ਹਾਰ ਸੀਗਾ, ਉਹ ਗੜੇ ਦੇ ਗਲ 'ਚ ਪਾਤਾ। ਕੋਈ ਸਤਨਾਮ। ਕਹਿੰਦੇ ਵੀ ਹੁਣ ਦੇਖ ਲਾ। ਕਹਿੰਦੇ ਜੇ ਬਾਹਲਾ ਕਹਿਣੋ ਤਾਂ ਲੈ ਜਾਂਦੇ ਆ। ਕੋਈ ਸਤਨਾਮ। ਕਹਿੰਦੇ ਚੱਲ ਜੇ ਬਾਹਲਾ ਕਹਿੰਦੇ ਤਾਂ ਹੁਣ, ਕਹਿੰਦੇ ਹੁਣ ਹਜਮ ਹੋ ਜੂਗਾ। ਕਹਿੰਦੇ ਜੀ ਚਲੋ ਫਿਰ ਤੁਸੀਂ ਕਹਿੰਦੇ ਹੋ ਲੈ ਜਾਂਦੇ ਆ। ਉੱਥੋਂ ਗਧਾ ਤੋੜ ਕੇ ਹਜੇ ਡਿਊਟੀ 'ਤੇ ਗਿਆ ਹੈ ਤੇ ਬਾਹਰ ਬਰਛੇ ਵਾਲੇ ਖੜੇ ਸੀ। ਕਹਿੰਦੇ ਉਹ ਇਹ ਕੀ ਲਈ ਜਾਣਾ? ਕਹਿੰਦਾ ਦਾਨ ਦਿੱਤਾ ਗੁਰੂ ਸਾਹਿਬ ਨੇ। ਕਹਿੰਦੇ ਫੜਾ ਇੱਧਰ, ਦਿੱਤਾ ਤੈਨੂੰ ਦਾਨ, ਇਹ ਸਾਡਾ ਸਮਾਨ ਹੈ। ਗਧਾ ਮੋੜ ਕੇ ਵਾਪਸ ਲਿਆਂਦਾ ਸਨੇਹਾਰ। ਮਗਰੇ ਪੰਡਿਤ ਰੋਂਦਾ ਆਵੇ, ਕਹਿੰਦਾ ਜੀ ਇਹਨਾਂ ਨੇ ਖੋਹ ਲਿਆ ਦਾਨ। ਕਹਿੰਦੇ ਕਿਉਂ ਖੋਹ ਲਿਆ? ਕਹਿੰਦੇ ਮਹਾਰਾਜ ਲੰਗਰਾਂ ਛਕਾ ਦਿਆਂਗੇ, ਇਹਨੂੰ ਕਦ ਬਾਅਦ ਦੇਣਾ? ਕੀ ਕਰੋਗੇ? ਮਹਾਂ ਦਾ ਕਦੇ ਦਾਲ ਬਣਾ ਦਿਆਂਗੇ ਆਪਾਂ, ਤੇ ਆ ਲੋਹਾ ਇਹਦੀਆਂ ਤਲਵਾਰਾਂ ਬਣਾ ਲੈਣੀਆਂ ਮਹਾਰਾਜ, ਛੋਟੀਆਂ ਵੱਡੀਆਂ ਜੋ ਬਣ ਗਿਆ ਬਣਾ ਦਿਆਂਗੇ, ਤੇ ਤੇਲ ਇਹਦੇ ਪਕੌੜੇ ਤਲ ਕੇ ਛਕ ਲੈਂਦੇ ਆ, ਹੋਰ ਕੀ ਕਰਨਾ ਇਹਦਾ। ਤੇ ਹਾਰ ਦਾ ਕਰੋਗੇ? ਕਹਿੰਦੇ ਇਹਦਾ ਝੋਲਾ ਆਪਾਂ ਨਿਸ਼ਾਨ ਸਾਹਿਬ ਦੇ ਉੱਤੇ ਖੰਡਿਆਂ 'ਤੇ ਫਰਵਾ ਦਿੰਦੇ ਆ। ਕਹੋ ਸਤਨਾਮ। ਕਹੋ ਸਿੰਘਾਂ ਨੇ ਤਾਂ ਸੋਨਾ ਪਾਉਣਾ ਨਹੀਂ ਗਾ, ਨਿਸ਼ਾਨ ਸਾਹਿਬ ਦੇ ਝੂਲਦੇ ਰਹਿਣਗੇ। ਜਿਹੜੇ ਪਾਤਸ਼ਾਹ ਦੇ ਨਿਸ਼ਾਨ ਸਾਹਿਬ ਹੈ ਉਹਨਾਂ ਉੱਤੇ ਚਮਕਾਰਾ ਪਵੇਗਾ ਸੋਨੇ ਦਾ। ਤਾਂ ਇਸ ਤਰ੍ਹਾਂ ਪਾਤਸ਼ਾਹ ਜੀ ਨੇ ਬਹੁਤ ਸਾਰੀਆਂ ਪ੍ਰੀਖਿਆਵਾਂ ਸਿੰਘਾਂ ਦੀਆਂ ਲਈਆਂ। ਕੋਈ ਉਹ ਦਾਨ ਐਣ ਦਿੱਤਾ ਸੀਗਾ ਵੀ ਸਾਡੇ 'ਤੇ ਭਾਰ ਹੈ ਤਾਂ ਕਰਕੇ ਦਾਨ ਦੇ ਦਿਓ। ਕੋਈ ਵੇਖਿਆ ਸਿੰਘਾਂ ਨੂੰ ਜਿਵੇਂ ਦਾਦੂ ਦੀ ਸਮਾਧ 'ਤੇ ਜਾ ਕੇ ਸਤਿਕਾਰ ਕੀਤਾ ਦਾਦੂ ਦਾ। ਪਹਿਲਾਂ ਉਹ ਦਾਦੂ ਜਿਹੜਾ ਬਾਬੇ ਨਾਨਕ ਨੂੰ ਮਿਲਿਆ, ਉਸ ਤੋਂ ਬਾਅਦ ਸਰੀਰ ਛੱਡ ਗਿਆ। ਉਸ ਦੀ ਕਬਰ ਬਣੀ ਹੋਈ ਸੀ ਤੇ ਉੱਥੇ ਜੈਤਰਾਮ ਰਹਿੰਦਾ ਸੀਗਾ, ਉਸ ਦਾ ਸੇਵਕ। ਉਹ ਲੈ ਗਏ ਅਸੀਂ ਆਪਣੇ ਦਾਦੂ ਦੁਆਰੇ ਪਾਤਸ਼ਾਹ ਜੀ ਨੂੰ ਸੰਗਤਾਂ ਸਮੇਤ। ਬਾਹਰ ਬੈਠੇ ਸੀਗੇ, ਪਾਤਸ਼ਾਹ ਨਾਲ ਕਈ ਬਾਜ ਵੀ ਸੀਗੇ। ਜੈਤਰਾਮ ਕਹਿਣ ਲੱਗਿਆ ਮਹਾਰਾਜ ਜੀ ਤੁਸੀਂ ਬਾਬੇ ਨਾਨਕ ਦੇ ਵੰਸ਼ਜ ਹੋ ਤੇ ਵੱਡੇ ਤੁਹਾਡੇ ਬਾਬੇ ਨਾਨਕ ਵੀ ਆਏ ਸੀ, ਤੁਸੀਂ ਵੀ ਸਾਡੇ ਨਾਲ ਚੱਲੋ। ਕਹਿੰਦੇ ਵੀ ਕੀ ਕਰਨਾ? ਕਹਿੰਦੇ ਤੁਹਾਨੂੰ ਲੰਗਰ ਛਕਾਉਣਾ ਹੈ। ਕਹਿੰਦੇ ਪਹਿਲਾਂ ਸਾਡੇ ਬਾਜਾਂ ਨੂੰ ਛਕਾ ਦੇ। ਕਹਿੰਦੇ ਬਾਜ ਕੀ ਛਕਦੇ ਆ ਜੀ? ਕਹਿੰਦੇ ਮਾਸ ਮੂਸ ਹੀ ਖਾਂਦੇ ਆ। ਕਹਿੰਦੇ ਜੀ ਸਾਡਾ ਤਾਂ ਸਾਦਾ 'ਚ ਭੋਜਨ ਹੁੰਦਾ ਹੈਗਾ, ਅਸੀਂ ਤਾਂ ਮਾਸ ਨਹੀਂ ਖਾਂਦੇ, ਇਹ ਬਾਜ ਹੋਰ ਨਹੀਂ ਕੁਛ ਖਾਂਦੇ। ਕਹਿੰਦੇ ਤੂੰ ਪੁੱਛ ਲਾ, ਜੇ ਖਾਂਦੀ ਆ ਖਵਾ ਦੇ। ਉਹ ਕੋਲੇ ਆ, ਕਹਿੰਦਾ ਗੁਰੂ ਕੇ ਬਾਜੋ ਅੱਜ ਬਾਜਰੀ ਖਾ ਲਓ ਗਰੀਬ ਦੀ। ਜੋ ਬਾਜੀ ਯੂਨੀਵਰਸਿਟੀ ਉਹ ਬਾਜਰੀ ਖਾਣ ਲੱਗ ਪਏ, ਬਲਕਿ ਖਾਂਦਾ ਨਹੀਂ। ਜਿਹੜਾ ਬਾਜ ਹੈ ਮਾਸ ਤੋਂ ਬਗੈਰ ਕੁਛ ਨਹੀਂ ਖਾਂਦਾ। ਉੱਥੇ ਬਾਜਰੀ ਖਾਧੀ ਬਾਜਾਂ ਨੇ। ਫਿਰ ਪਾਤਸ਼ਾਹ ਜੈਤਰਾਮ ਦੇ ਦੁਆਰੇ ਗਏ। ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਈਆਂ। ਛੋਟੀ ਜਿਹੀਆਂ ਦੋ ਗੱਲਾਂ ਬੜੀਆਂ ਮਸ਼ਹੂਰ ਹੈ। ਉਹ ਕਹਿਣ ਲੱਗਿਆ ਮਹਾਰਾਜ ਤੁਹਾਡੇ ਵੱਡੇ ਤੇ ਸਾਡੇ ਵੱਡੇ ਤਾਂ ਕਹਿੰਦੇ ਸੀਗੇ ਦਾਦੂ ਦਾਵਾ ਦੂਰ ਕਰ, ਰਾਮ ਦਿਹਾੜੇ ਦਿਨ ਕੱਟ, ਤੇ ਤੁਸੀਂ ਆ ਬੜੀਆਂ ਫੌਜਾਂ ਤਿਆਰ ਕਰ ਲਈਆਂ ਮਹਾਰਾਜ। ਉਹ ਕਹਿੰਦੇ ਨਹੀਂ ਜੈਤਰਾਮ ਹੁਣ ਉਹ ਟਾਈਮ ਨਹੀਂ ਹੈ। ਦਾਦੂ ਦਾਵਾ ਬੰਨ ਕੇ ਦੁਸ਼ਮਣ ਲਈਏ ਲੁੱਟ, ਇੱਕ ਰਹੇ ਸੀ ਖਾਲਸਾ ਹੋਰ ਮਰੇਗੀ ਹੁੱਟ, ਬਾਕੀ ਸਭ ਖਤਮ ਹੋਵੇਗਾ।
ਜੇ ਦਾਵਾ ਨਾ ਬਣੀਏ ਤੇ ਇੱਥੇ ਆ ਕੇ ਕੋਈ ਵੀ ਵੜ ਸਕਦਾ, ਕੁੱਤੇ ਬਿੱਲੇ ਵੜ ਸਕਦੇ, ਪਸ਼ੂ ਵੜ ਸਕਦੇ, ਦਾਵਾ ਬਣ ਕੇ ਪਿੱਛੇ ਗੇਟ ਤੇ ਮੋੜਦੇ ਆ ਕੋਈ ਸਤਨਾਮ। ਇਸ ਕਰਕੇ ਦਾਵਾ ਬਣ ਕੇ ਰੱਖਣਾ ਪੈਂਦਾ। ਜਾਂਦੇ ਜਾਂਦੇ ਪਾਤਸ਼ਾਹ ਜੀ ਨੇ ਉਹ ਕਬਰ ਦੇ ਕੋਲ ਦੀ ਲੰਘਦੇ ਹੋਏ ਤੀਰ ਲਾ ਕੇ ਤੇ ਐਦਾਂ ਕਰ ਲਿਆ। ਸਿੰਘ ਕਹਿੰਦੇ ਠਹਿਰਿਓ ਮਹਾਰਾਜ, ਕੀ ਹੋ ਗਿਆ? ਤੁਸੀਂ ਕਬਰ ਨੂੰ ਮੱਥਾ ਟੇਕਿਆ? ਕਹਿੰਦੇ ਮੈਂ ਦੇਖਦਾ ਸੀ ਪਰ ਤੁਸੀਂ ਕੀ ਐਕਸ਼ਨ ਲੈਂਦੇ ਹੋ? ਇਹ ਤੁਸੀਂ ਸਾਨੂੰ ਤਾਂ ਕਹਿੰਦੇ ਕਬਰ ਨੂੰ ਮੱਥਾ ਟੇਕਣਾ, ਤੁਸੀਂ ਇਹ ਤੀਰ ਲਾ ਕੇ ਮੱਥੇ ਨੂੰ ਲਾਇਆ। ਪਾਤਸ਼ਾਹ ਕਹਿੰਦੇ ਮੈਂ ਤੁਹਾਨੂੰ ਟੈਸਟ ਕਰਦਾ ਸੀਗਾ। ਕਹਿੰਦੇ ਫਿਰ ਤਨਖਾਹ ਤੁਹਾਨੂੰ ਵੀ ਲੱਗੂਗੀ ਹੁਣ। ਕਹੋ ਸਤਨਾਮ। ਕਹਿੰਦੇ ਫਿਰ ਲਾ ਦਿਓ। ਕਹਿੰਦੇ ਤੁਹਾਡੇ ਖਜ਼ਾਨੇ 'ਚੋਂ 1100 ਦਾ ਖਰਚਾ ਕਰੋ, ਇਹ ਖਾਲਸੇ ਵਾਸਤੇ ਤੰਬੂ ਬਣਾਓ ਵਧੀਆ ਜਿਹਾ, ਤੇ ਬਾਕੀ ਬੱਚਿਆਂ ਦਾ ਕੜਾ ਪ੍ਰਸ਼ਾਦ ਛਕਾਓ। ਕਹੋ ਸਤਨਾਮ। ਪਾਤਸ਼ਾਹ ਕਹਿੰਦੇ ਲਓ ਬਣਾ ਲਓ ਭਾਈ। ਤੋ ਕਹਿਣ ਤੋਂ ਭਾਵ ਹੈ ਗੁਰੂਆਂ ਦੇ ਕੌਤਕ, ਗੁਰੂ ਦੀ ਹਰ ਗੱਲ ਸਿੱਖਿਆ ਭਰੀ ਹੁੰਦੀ ਹੈ। ਇੱਥੇ ਵੀ ਇਹੀ ਕਾਰਨ ਹੈ। ਤੇ ਇਹ ਵਿਚਾਰ ਕੇ ਸਾਰੇ ਖੁਸ਼ ਹੋਏ ਤੇ ਇਸ ਤਰ੍ਹਾਂ ਸਿੰਘਾਂ ਨੇ ਫਿਰ ਉਹ ਸਾਰਾ ਸਮਾਨ ਜਿਹੜਾ ਹੈ ਗੁਰੂ ਕੇ ਲੰਗਰਾਂ ਵਿੱਚ ਪਾਉਣਾ ਕੀਤਾ ਹੈ ਜੀ ਦੋਹਰਾ। ਬੀਤੇ ਕੇਤਕ ਦਿਵਸ ਭੀਮ ਚੰਦ ਦੁਖ ਪਾਏ। ਉਧਰ ਭੀਮ ਚੰਦ ਬੜਾ ਦੁਖੀ ਆ। ਉਹਦੀ ਜਨਤਾ ਬਾਰ-ਬਾਰ ਜਾ ਕੇ ਕਹਿੰਦੀ ਆ ਰਾਜਾ ਸਾਹਿਬ ਸਿੱਖਾਂ ਨੂੰ ਰੋਕੋ, ਸਾਡਾ ਘਾਹ ਫੂਸ ਵੱਢ ਕੇ ਲੈ ਜਾਂਦੇ ਐ, ਸਾਡੀ ਜਵਾਰ ਵੱਢ ਕੇ ਲੈ ਜਾਂਦੇ ਐ। ਤੇ ਇਸ ਕਰਕੇ ਭੀਮ ਚੰਦ ਲੜ ਨਹੀਂ ਸਕਦਾ, ਲੜਾਈ ਕਰਨੀ ਬੜੀ ਔਖੀ ਲੱਗਦੀ ਉਹਨੂੰ ਹੁਣ। ਪਾਟੇ ਦੂਤ ਗਿਰ ਪਤਨ ਡਿਗ ਆਪਣੋ ਕਸ਼ਟ ਬਤਾਏ। ਤੋ ਭੀਮ ਚੰਦ ਦੂਜੇ 22 ਧਾਰ ਦੇ ਰਾਜਿਆਂ ਕੋਲ ਆਪਣੇ ਬੰਦਿਆਂ ਨੂੰ ਭੇਜਦਾ ਹੈ ਵੀ ਯਾਰ ਮੈਂ ਬੜਾ ਦੁਖੀ ਆ ਇਹ ਆਨੰਦਪੁਰ ਵਾਲੇ ਬਾਬੇ ਤੋਂ। ਸ੍ਰੀ ਗੁਰੂ ਗੋਬਿੰਦ ਸਿੰਘ ਉਦਾਰਾ ਨਿਤ ਚਾਤ ਸੰਗਰਾਮ ਅਪਾਰਾ। ਹੁਣ ਆਪਾਂ ਇਹਨਾਂ ਨਾਲ ਲੜਾਈ ਕਰਕੇ ਦੇਖ ਲਈਏ, ਆਪਾਂ ਜਿੱਤ ਤਾਂ ਸਕਦੇ ਨਹੀਂ, ਪਰ ਇਹ ਤਾਂ ਹਮੇਸ਼ਾ ਹੀ ਲੜਾਈ ਭਾਲਦੇ ਆ। ਤੁਸੀਂ ਦੱਸੋ ਹੁਣ ਮੈਂ ਕੀ ਕਰਾਂ? ਆਪਣੇ ਦੂਜੇ ਸਾਥੀਆਂ ਦੀ ਸਲਾਹ ਮੰਗਦਾ ਹੈ। ਪੰਥ ਰਚਿਓ ਨਿਤ ਸ਼ਸਤਰਨ ਧਾਰੀ ਮਾਰਨ ਮਰਨ ਬਨੇ ਬਲ ਭਾਰੀ। ਜਿਹੜਾ ਇਹਨੇ ਪੰਥ ਰਚਿਆ ਸ਼ਸਤਰ ਧਾਰੀ ਖਾਲਸਾ ਪੰਥ, ਇਹ ਤਾਂ ਮਰਨ ਤੋਂ ਡਰਦੇ ਹੀ ਨਹੀਂ। ਆਗੇ ਰਨ ਕਾਲੇ ਕਮਸਾਨਾ ਮਰੇ ਵੀਰ ਦਰ ਦਰ ਕਰ ਜਾਣਾ। ਕਈ ਲੜਾਈਆਂ ਕਰਕੇ ਦੇਖ ਲੀਆਂ, ਕਿੰਨੇ ਯੋਧੇ ਆਪਣੇ ਮਰ ਗਏ। ਦਿੱਲੀ ਪਤ ਕੇ ਦਲ ਬੋ ਆਏ ਕਿਸ ਬਿਦ ਕਿਸ ਕੋ ਬਸ ਨਾ ਬਸਾਏ। ਦਿੱਲੀ ਦੇ ਰਾਜੇ ਦੀਆਂ ਭੇਜੀਆਂ ਫੌਜਾਂ ਵੀ ਹਾਰ ਹਾਰ ਕੇ ਗਈਆਂ, ਜਿਵੇਂ ਪਿੱਛੇ ਮੁਖਲਿਸ ਖਾਨ ਡਰ ਕੇ ਭੱਜ ਗਿਆ। ਇਸ ਤਰ੍ਹਾਂ ਇਹ ਕਿਸੇ ਦੇ ਕਾਬੂ ਵਿੱਚ ਨਹੀਂ ਆਉਂਦਾ। ਕੁਛ ਕਰੀਏ। ਕਹਿਓ ਨਾ ਗਿਓ ਨਾ ਮਾਰਿਓ ਗਿਓ ਇਹ ਪ੍ਰਸੰਗ ਦੂਰੋਂ ਪਿਓ। ਕੀ ਕਰੀਏ ਯਾਰ, ਦਾ ਬੜਾ ਔਖਾ ਕੰਮ ਹੋ ਗਿਆ। ਨਾ ਮਾਰਿਆ ਜਾਂਦਾ ਹੈ, ਨਾ ਫੜਦਿਆ ਜਾਂਦਾ ਹੈ। ਲੜਤ ਜੁਦ ਨੇ ਕਿਨੋ ਪਜਾਵਾ ਅਰਿਓ ਰਹਿਓ ਜੋ ਕਹਿ ਕਰ ਦਾਵਾ। ਨਾ ਇਹ ਜੰਗ ਦਾ ਮੈਦਾਨ ਦੇ ਵਿੱਚੋਂ ਭੱਜਦਾ ਹੈ, ਅੜਿਆ ਰਹਿੰਦਾ ਹੈ। ਇਹਦਾ ਕੀ ਕਰੀਏ? ਇਹਦੇ ਆਦਿਕ ਲਿਖ ਸਕਲ ਹਕਾਰੇ ਪਠੇ ਪਤਰ ਪਠ ਹੋਏ ਨਿਰਪ ਤਿਆਰੇ। ਇਹ ਉਹ ਚਿੱਠੀਆਂ ਲਿਖ ਕੇ ਸਾਰੇ ਰਾਜਿਆਂ ਨੂੰ ਭੇਜਦਾ ਤੇ ਉਹਨਾਂ ਨੂੰ ਆਪਣੇ ਕੋਲ ਬੁਲਾਉਂਦਾ, ਫਿਰ ਸਲਾਹ ਮਸ਼ਵਰਾ ਕਰਦੇ ਆ। ਕੀ ਕਰਦੇ ਆ ਇਹ ਆਪਾਂ ਅਗਲੇ ਦੀਵਾਨਾਂ ਵੀ ਸਰਵਣ ਕਰਾਂਗੇ। ਹੁਣ ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਨੇ ਇੱਕ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗੇ ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अगनास। हे पूरन हे सर्व में पंचन गुणतास। हे संगी हे निरंकार हे निर्गुण सब टेक। हे गोविंद हे गुण निदान जाके सदा बबेक। हे अपरंपर हर हरे पे हो बनहार। हे संत कै सदा संग दारा आधार। हे ठाकुर हूँ दासरो मैं निर्गुण गुण नहीं कोई। नानक दीजै नाम दान ये परोए। आए प्रभ शरनागति निध दयाल। एक अखर हर मन बसत नानक होत निहाल। एक ओंकारा सतगुरु प्रसाद सच होए। वाहिगुरु जी की फतेह है विनाशन सोए। वाहिगुरु जी की फतेह है विनाशन सोए। वाहिगुरु जी का खालसा वाहिगुरु जी की फतेह।